पंजाब दे जम्मियां नूं नित मुहिमां। ये साडा बड़ा पुराना अखान है। पंजाबी सभ्याचार की गल जां पंजाबी इतिहास की गल इत्थों प्रगट होंदी है, क्योंकि बहुत सारे धाड़वी जिहड़े इधर चढ़ के आउंदे सन, पंजाब थाणी लंघदे सन ते पंजाबियां नूं उन्हां दा सामना करना पिया। सो ये जिहड़ी बहादरी का जज्बा साडे खून दे अंदर ये किते ना किते ऐसा रच गया, क्योंकि गुरु कलगीधर पातशाह ने जो सानू जगाया सी ते ਉਹਦੇ ਨਾਲ ही नाल दरे खैबर वर्गे ਜਿਹੜੇ ਉਹ दरे ਸੀ ਉਹਨਾਂ ਨੂੰ ਬੰਦ ਕਰ ਦਿੱਤਾ। सो ये सारा कुछ साडा पंजाबी ते सिक्खी सभ्याचार का एक ऐसा निखड़वां अंग है ਜਿਹੜਾ एक बारी मुड़ तो उभर के साडे सामने आया। अज पंजाब फिर एक बड़ी वड्डी मुहिम दे उत्ते है, एक ऐसी मुहिम दे उत्ते कि जिहड़ी उसनूं पूरे मुल्क दे विच नहीं पूरी दुनिया दे विच एक वखरे रूप दे विच पेश करदी पई है। ਉਹਦੀ सहनशीलता ਨੂੰ, ਉਹਦੀ ਗੰਭੀਰਤਾ ਨੂੰ, ਉਹਦੇ जोश ਨੂੰ, ਉਹਦੇ जज्बे ਨੂੰ ਅੱਜ पूरी दुनिया तक दी पई है। सो ਅਸੀਂ ਗੱਲ ਕਰ ਰਹੇ ਹਾਂ दिल्ली विखे जो चल रहा है किसानी संघर्ष है, उस दे बारे गल करनी। साडे नाल डॉक्टर चरण कमल सिंह जी मौजूद ने, प्रोफैसर ने, हैड ऑफ द डिपार्टमेंट ने गुरु अंगद देव वैटनरी यूनिवर्सिटी लुधियाना विखे। सो बड़ी ही एक जिथे अहम जिम्मेवारी निभा रहे यूनिवर्सिटी दे विचों ते नाल ही नाल इन्हां दे अंदर सिक्खी जज्बा, सिक्खी प्यार, सिक्खी रौ रीतां नूं प्रफुल्लित करन दा जिहड़ा जज्बा है वो बहुत सतगुरां दी बख्शिश है। सो सब तो पहले तो डॉक्टर साहब असीं तुहाडा स्वागत करते हैं, फतेह अर्ज करते हैं जी। वाहिगुरू जी का खालसा, वाहिगुरू जी की फतेह। सो डॉक्टर साहब ये जिहड़ा संघर्ष चल रहा हुण दिल्ली बॉर्डर के उत्ते इस वक्त ये संघर्ष पहुंचा होया, वैसे तो पहला पंजाब च शुरू होया सी। सो इसनूं तुसीं किस ढंग तो देखदे हो जी? गुरप्रीत सिंह जी, जिहड़ा हालात अज दी नौजवानी नूं, अज दे बजुर्गां नूं, अज दी अणख नूं, उन्हां दे हिरदियां नूं टुंबिया है, इसका जो प्रतिक्रम इन्हां कोलों इन्हां चों निकल के जो सामने आया है, जिसनूं असीं वाच रहे हैं, इसका ਇਹਦੇ ਵਿੱਚ ਉਹ ਜਿਹੜੀ ਪੁਰਾਣੀ ਪੁਰਾਤਨ ਜਿਹੜੀਆਂ ਸਾਡੀਆਂ ਧਾਰਨਾਵਾਂ, ਭਾਵਨਾਵਾਂ ਔਰ ਆਧਾਰ ਹੈ, ਉਸ ਦਾ ਇੱਕ ਸਾਨੂੰ ਉਹਦੇ ਚੋਂ ਪਰਛਾਵਾਂ, ਉਹਦੇ ਵਿੱਚੋਂ ਇੱਕ ਅਕਸ ਉਹ ਸਾਨੂੰ ਨਜ਼ਰੀ ਪੈ ਰਿਹਾ ਹੈ। ਜਿਸ ਤਰ੍ਹਾਂ ਨਾਲ ਇਹ ਸਾਰਾ ਇਹ ਬੜੀ ਵਿਡੰਬਨਾ ਹੈ, ਇਹ ਬੜੀ ਜਿਸ ਤਰ੍ਹਾਂ ਦੇ ਹਾਲਾਤ ਨੇ, ਜਿਸ ਤਰ੍ਹਾਂ ਦੀ ਖਿੱਚੋਤਾਣ ਹੈ, ਇਸ ਵਿੱਚ ਆਪਣਾ ਵੇਗ, ਆਪਣਾ ਮਨੋਦਸ਼ਾ ਨੂੰ ਗਵਾ ਲੈਣਾ ਇਹ ਬੜਾ ਹੀ ਸੁਭਾਵਕ ਹੈ ਔਰ ਹੁੰਦਾ ਹੈ, ਅਸੀਂ ਅਕਸਰ ਦੇਖਦੇ ਹਾਂ। ਪਰ ਜਿਸ ਤਰ੍ਹਾਂ ਨਾਲ ਇਹ ਸਾਡੇ ਜਿਹੜਾ ਥਿੰਕ ਟੈਂਕ ਹੈ ਸਤਿਕਾਰਯੋਗ, ਜਿਹੜੇ ਇਹਦੇ 'ਚ ਇਹਨੂੰ ਸਾਰੇ ਨੂੰ ਚਲਾ ਰਿਹਾ ਜਾ, ਇਹ ਸਾਰੇ ਸੰਘਰਸ਼ ਨੂੰ ਇੱਕ ਬੜਾ ਹੀ ਸਹਿਜਤਾ ਦਾ ਚੋਲੇ ਦੇ ਵਿੱਚ ਇਹ ਜੋ ਸੰਘਰਸ਼ ਹੋ ਰਿਹਾ ਹੈ, ਮਨਾਂ ਦਾ, ਤਨਾਂ ਦਾ, ਇਹਦੇ ਵਿੱਚ ਜਿਸ ਤਰ੍ਹਾਂ ਦਾ ਸਾਨੂੰ ਨਜ਼ਰੀ ਪੈ ਰਿਹਾ ਹੈ, ਉਹਦੇ ਤੋਂ ਇੱਕ ਬਹੁਤ ਧਰਵਾਸ ਹੋ ਰਿਹਾ ਹੈ, ਉਹਦੇ ਤੋਂ ਇੱਕ ਬਹੁਤ ਇੱਕ ਅੰਤਰੀਵੀ ਇਸ ਦੀ ਸਹਿਜਤਾ ਦਾ ਆਨੰਦ ਅਸੀਂ ਪੁੰਚ ਰਹੇ ਹਾਂ ਕਿ ਇਹ ਇਹਨਾਂ ਵਿਖੜੇ ਹਾਲਾਤਾਂ ਵਿੱਚ ਜਿਹੜੇ ਅਸੀਂ ਗੱਲਾਂ ਆਪਣੇ ਅਮੀਰ ਵਿਰਸੇ ਦੀਆਂ, ਜਿਹੜੀਆਂ ਸਾਡੀ ਇਤਿਹਾਸ ਦਾ ਅਮੀਰ ਇਤਿਹਾਸ, ਅਮੀਰ ਵਿਰਸਾ, ਅਮੀਰ ਬਾਤਾਂ, ਉਹ ਜਿਹੜੀਆਂ ਗੱਲਾਂ ਅਸੀਂ ਨੂੰ ਕਹਿੰਦੇ ਸੁਣਦੇ ਹਾਂ, ਉਹ ਅਸੀਂ ਹੁੰਦਾ ਹੋਇਆ ਦੇਖ ਰਹੇ ਹਾਂ। ਔਰ ਇਹਦੇ ਵਿੱਚ ਭਾਰੀ ਇੱਕ ਡਾਕਟਰ ਸਾਹਿਬ ਇਹ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ। मैं समझदा इतिहास ਨੂੰ ਰਿਵਾਈਵ ਕਰ ਦਿੱਤਾ ਇਸ ਸੰਘਰਸ਼ ਨੇ, ਕਿਉਂਕਿ ਜੇ ਅਸੀਂ ਅੱਜ ਦੀ ਪਨੀਰੀ ਨੂੰ ਇਹਦੇ ਵਿੱਚ ਉਹ ਛਣ ਕੇ ਚੀਜ਼ਾਂ ਬਾਹਰ ਆ ਰਹੀਆਂ ਨੇ ਜਿਹੜੀਆਂ ਸਾਡੇ ਇਤਿਹਾਸ ਦੀਆਂ, ਸਾਡੇ ਵਿਰਸੇ ਦੀਆਂ ਨੇ ਜੀ। ਜੇਕਰ ਅੱਜ ਦੇ ਕਿਸੇ ਬੱਚੇ ਨੂੰ ਕਹੀਏ ਕਿ ਵੀ ਇਸ ਤਰ੍ਹਾਂ ਘੋੜੇ ਦੀ ਕਾਠੀਆਂ ਤੇ ਕੋਈ ਜੰਗਲਾਂ 'ਚ ਰਹਿਣ ਵਾਲੇ ਲੋਕ ਨੇ, ਤੇ ਉਹ ਆ ਕੇ ਬਾਹਰ ਕਿਸੇ ਨੂੰ ਕੁਝ ਨਹੀਂ ਕਹਿੰਦੇ, ਤੰਗ ਨਹੀਂ ਕਰਦੇ, ਤੇ ਉਹ ਹੱਕ ਉਹਨਾਂ ਦਾ ਅਦਾ ਕਰ ਰਹੇ ਨੇ, ਤੇ ਬੜੀ ਹਲੀਮੀ 'ਚ ਰਹਿ ਰਹੇ ਨੇ, ਨਿਮਰਤਾ 'ਚ ਰਹਿੰਦੇ ਨੇ,
ਜਦੋਂ ਲੰਗਰ ਲਾਉਂਦੇ ਨੇ ਤੇ ਜਿਹੜਾ ਮਰਜ਼ੀ ਛਕ ਸਕਦਾ ਹੈ। ਤੇ ਇਹ ਗੱਲਾਂ ਅੱਜ ਦੇ ਬੱਚਿਆਂ ਨੂੰ, ਖਾਸ ਕਰਕੇ ਦੂਜੇ ਮੁਲਕਾਂ ਦੇ, ਪੰਜਾਬ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਲੰਗਰ ਦੇ ਉਹਨਾਂ ਨੇ ਦਰਸ਼ਨ ਕੀਤੇ ਹੋਏ ਹੈ। ਪਰ ਜਿਹੜਾ ਅਮਰੀਕਾ 'ਚ ਰਹਿੰਦਾ ਹੈ, ਜਿਹੜਾ ਆਪਣੇ ਹਰ ਕੋਈ ਬੰਦਾ, 2 ਬੰਦੇ ਜਾ ਰਹੇ ਨੇ ਤੇ ਉਹਨੇ ਡਾਲਰ ਆਪਣਾ ਵਰਤਣਾ, ਉਹਨੇ ਡਾਲਰ ਆਪਣਾ ਵਰਤਣਾ, ਉਹਨਾਂ ਦੇ ਤਾਂ ਇਹ ਫ੍ਰੀ ਲੰਚ ਵਾਲੀ ਗੱਲ ਕਿ ਖਾਵਾਂ ਮੈਂ ਤੇ ਪੈਸੇ ਤੂੰ ਦੇ, ਇਹ ਵੀ ਉਹਨਾਂ ਨੂੰ ਹਾਲੇ ਸਮਝ ਤੋਂ ਬਾਹਰ ਹੈ। ਜਿਹੜੀ ਨਵੀਂ ਪਨੀਰੀ ਉੱਥੇ ਆ ਰਹੀ ਹੈ, ਉਹਨਾਂ ਨੂੰ ਆਹ ਗੱਲਾਂ ਸਮਝਾਉਣੀਆਂ ਵੀ ਖੁੱਲੇ ਲੰਗਰ ਲੱਗੇ ਹੋਣ। ਤੇ ਅਸੀਂ ਇੱਥੇ ਤੁਸੀਂ ਗੁਰਪ੍ਰੀਤ ਸਿੰਘ ਜੀ ਦੇਖਿਆ ਕਿ ਕਿਸ ਤਰ੍ਹਾਂ ਉੱਥੇ ਰੇਹੜੀਆਂ ਖੜੀਆਂ, ਮਤਲਬ ਇਹਨਾਂ ਦੇ ਉੱਥੇ ਚੱਲ ਰਿਹਾ ਸੰਘਰਸ਼ ਹੈ। ਤੇ ਸੜਕਾਂ ਤੇ ਅਸੀਂ ਨੰਗੇ ਧੜ ਖੜੇ ਆ, ਪਰ ਜੇ ਉੱਥੋਂ 3-4 ਰੇਹੜੀਆਂ ਲੰਘ ਰਹੀਆਂ ਗੋਲ ਗੱਪਿਆਂ ਦੀਆਂ ਹੀ, ਤੇ ਉਹ ਉਹਨਾਂ ਤੋਂ ਲੈ ਲੈਣੇ ਤੇ ਉਹਨਾਂ ਨੂੰ ਕਹਿਣਾ ਵੀ ਤੁਸੀਂ ਇਹ ਹੁਣ ਇਹਨਾਂ ਦਾ ਇੱਥੇ ਹੁਣ ਕਿਤੇ ਜਾਣ ਦੀ ਲੋੜ ਨਹੀਂ, ਇੱਥੇ ਲੰਗਰ ਲਾ ਦਿਓ ਦਾ। ਉਹਨਾਂ ਨੂੰ ਕੀ ਪਤਾ ਲੰਗਰ ਕਿਵੇਂ ਲਾਈਦਾ, ਤੇ ਉਹਨਾਂ ਨੂੰ ਕਹਿ ਲੈਣਾ ਕਿਸੇ ਨੂੰ ਕੁਛ ਨਹੀਂ, ਜੋ ਮੰਗੇ ਉਹਨੂੰ ਖਵਾਈ ਜਾਓ। ਤਾਂ ਇਸ ਗੱਲ ਤੋਂ ਹੀ ਹੈਰਾਨ ਨੇ ਵੀ ਇਹ ਕਿਹੜੇ ਲੋਕ ਨੇ। ਡਾਕਟਰ ਸਾਹਿਬ ਤੁਹਾਡੀ ਇਹ ਗੱਲ ਮੈਂ ਸੁਣ ਕੇ ਨਾ ਇੱਕ ਨਵਾਂ ਮੇਰੇ ਮਨ 'ਚ ਸਵਾਲ ਆਇਆ ਜੀ। ਸਵਾਲ ਵੀ ਆਇਆ ਤੇ ਜਵਾਬ ਵੀ ਉਹਦੇ ਨਾਲ ਹੀ ਆ ਗਿਆ ਜੀ। ਇਹ ਜਿਹੜੀ ਘਟਨਾ ਸਿਰਫ ਇਸੇ ਘਟਨਾ ਤੇ ਜੇ ਆਪਾਂ ਧਿਆਨ ਦਈਏ ਤੇ ਮੈਨੂੰ ਲੱਗਦਾ ਕਿ ਇਹਦੋਂ ਵਧੀਆ ਲੰਗਰ ਦਾ ਸਬਕ ਹੋਰ ਕੋਈ ਨਹੀਂ ਹੋ ਸਕਦਾ ਉਹਦੇ ਵਾਸਤੇ ਜਿਹੜਾ ਰੇਹੜੀ ਚਲਾ ਰਿਹਾ ਸੀ। ਜੀ 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 ਜੀ, ਉਹਨੂੰ ਪ੍ਰੈਕਟੀਕਲੀ ਸਮਝਾ ਦਿੱਤਾ ਕਿ ਲੰਗਰ ਕੀ ਹੁੰਦਾ। ਬਿਲਕੁਲ। ਅੱਛਾ, ਇਸੇ ਤਰ੍ਹਾਂ ਹੀ ਵੀਰ ਜੀ ਦੇਖੋ, ਇੱਕ ਪੱਤਰਕਾਰ ਆ ਰਿਹਾ, ਇੱਕ ਪੱਤਰਕਾਰ ਪੁੱਛ ਰਿਹਾ ਉਹਨਾਂ ਨੂੰ, ਉਹਨੂੰ ਕਹਿ ਰਿਹਾ ਨੌਜਵਾਨਾਂ ਫਿਕਰ ਨਾ ਕਰ, ਇੱਥੇ ਬੈਠ ਆਰਾਮ ਨਾਲ, ਤੂੰ ਜੋ ਮਰਜ਼ੀ ਲਿਖ ਦੇਈਂ, ਪਰ ਇੱਥੇ ਭੁੱਖਾ ਨਾ ਜਾਈਂ, ਇੱਥੋਂ ਜੋ ਮੈਂ ਤੈਨੂੰ ਕਹਿ ਰਿਹਾ ਤੂੰ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਲਿਖ ਦੇਈਂ, ਤੇ ਪਰ ਇੱਥੋਂ ਤੂੰ ਸਾਡੇ ਕੋਲ ਆਇਆ ਤੇ ਲੰਗਰ ਪਾਣੀ ਛਕ ਕੇ ਜਾ। ਉਹ ਕਹਿੰਦੇ ਤੁਸੀਂ ਇੰਨੇ ਬੰਦੇ ਨੇ, ਇਹ ਲੰਗਰ ਬੜਾ ਬਣਿਆ, ਕਹਿੰਦੇ ਬੰਦੇ ਤਾਂ ਅਸੀਂ 20-30 ਆ ਤੇ ਲੰਗਰ ਤਾਂ 1000 ਬਣ ਚੁੱਕਿਆ, ਪ੍ਰਸ਼ਾਦੇ ਹਾਲੇ ਬਣ ਰਹੇ ਨੇ ਤੇ ਅਸੀਂ ਤਾਂ ਇੰਨੇ ਨਹੀਂ ਖਾਣੇ। ਸਾਨੂੰ ਪਤਾ ਹੈ ਜਦੋਂ ਇੱਥੇ ਗੁਰੂ ਕਾ ਲੰਗਰ ਚੱਲਣਾ ਹੈ ਤੇ ਜਿੰਨੇ ਆਉਣਾ ਹੈ, ਤੇ ਅਸੀਂ ਕਿਸੇ ਨੂੰ ਨਾ ਪਹਿਲੇ ਰੋਕਿਆ ਤੇ ਨਾ ਅੱਗੋਂ ਰੋਕਦੇ ਆ, ਤੇ ਇੱਥੇ ਉਹ ਵੀਰਾ ਕੱਟ ਕੇ ਆਉਂਦੇ ਨੇ ਤੇ ਉਹ ਲੰਗਰ ਛਕਦੇ ਨੇ, ਤੇ ਸਾਨੂੰ ਉਹਨਾਂ ਨੂੰ ਲੰਗਰ ਛਕਾ ਕੇ ਖੁਸ਼ੀ ਹੈ। तो ਇਹ ਜੋ ਇਸ ਸੰਘਰਸ਼ਮਈ ਵਾਤਾਵਰਣ ਵਿੱਚ ਜਦੋਂ ਤਣਾਅ ਨੇ, ਇਕੱਤਰਤਾਵਾਂ ਚੱਲ ਰਹੀਆਂ ਨੇ, ਏਜੰਡੇ ਤੈਅ ਹੋ ਰਹੇ ਨੇ, ਇਹਨਾਂ ਤੇ ਭਾਰੀ ਭਵਿੱਖ ਦਾ ਉਹਨਾਂ ਦੇ ਜ਼ਿੰਦਗੀਆਂ ਤੇ, ਬੱਚਿਆਂ ਦੀ ਜ਼ਿੰਦਗੀਆਂ ਤੇ, ਉਹਨਾਂ ਦੇ ਨਿੱਤ ਦੇ ਕਾਰ ਵਿਹਾਰ ਤੇ ਭਾਰੀ ਅਸਰ ਹੋਣ ਵਾਲਾ ਹੈ। ਉੱਥੇ ਜਿਹੜੀਆਂ ਟੈਂਕਾਂ ਵਾਂਗੂ ਉੱਥੇ ਪਾਣੀ ਦੀ ਬੁਛਾਰਾਂ ਦੇਣ ਵਾਲੀਆਂ ਗੱਡੀਆਂ ਦੀ ਲਾਈਨ ਲੱਗੀ ਹੋਈ ਹੈ, ਕਿਸੇ ਵੇਲੇ ਵੀ ਸ਼ੁਰੂ ਹੋ ਸਕਦੇ ਹੈ। ਤੇ ਇਸ ਹਾਲਾਤਾਂ ਵਿੱਚ ਉਹ ਇਹ ਸਹਿਜਤਾ, ਇਹ ਆਨੰਦ, ਇਹ ਕੋਈ ਓਪਰਾ ਨਹੀਂ, ਇਹ ਜਿਹੜੀ ਆਪਾਂ ਕਿਸੇ ਵੇਲੇ ਗੱਲ ਕਰਦੇ ਹਾਂ ਕਿ ਜੋ ਇੱਕ ਖੜੇ ਹੋਏ ਦਰਖਤਾਂ ਦਾ ਜੋ ਜਿਸ ਤਰ੍ਹਾਂ ਦੀ ਉਹਨਾਂ ਦੀ ਤਹਿਜ਼ੀਬ ਹੁੰਦੀ ਹੈ, ਉੱਥੋਂ ਉਹਨਾਂ ਦੀਆਂ ਜੜ੍ਹਾਂ ਦਾ ਅੰਦਾਜ਼ਾ ਹੁੰਦਾ। ਬਿਲਕੁਲ। ਇਹ ਡਾਕਟਰ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ, ਇਸ ਚੀਜ਼ ਨੇ ਸਾਨੂੰ ਬਹੁਤ ਹੀ ਮਦਦ ਕੀਤੀ ਹੈ ਕਿ ਅਸੀਂ ਆਪਣਾ ਸਿੱਖੀ ਸੱਭਿਆਚਾਰ, ਅਸੀਂ ਆਪਣਾ ਪੰਜਾਬੀਅਤ ਜਿਹਨੂੰ ਆਪਾਂ ਕਹਿੰਦੇ ਹਾਂ, ਕਿਉਂਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਉੱਤੇ, ਜੀਓ ਜੀ, ਇਹ ਸਾਡੇ ਵਾਸਤੇ ਇਹ ਵੇਲਾ ਆਇਆ, ਸਾਡੇ ਲਈ ਬੜਾ ਔਖਾ ਵੇਲਾ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅੱਜ ਇੰਨੀ ਠੰਡ ਦੇ ਵਿੱਚ ਉੱਥੇ ਬਜ਼ੁਰਗ, ਬੱਚੇ, ਬੀਬੀਆਂ, ਭੈਣਾਂ ਸਭ ਉੱਥੇ, ਉਹ ਵੇਖੋ ਇੰਨੀ ਠੰਡ ਦੇ ਵਿੱਚ ਭਾਵੇਂ ਰਜਾਈ ਵੀ ਲੈ ਲਓ ਤਾਂ ਵੀ ਉਹ ਕੰਟਰੋਲ ਨਹੀਂ ਹੁੰਦੀ, ਕਿਉਂਕਿ ਸਾਰੇ ਪਾਸਿਓਂ ਓਪਨ ਦੇ ਵਿੱਚ ਬੈਠੇ ਹੋਏ ਨੇ ਸਾਰੇ, ਕੋਈ ਕਿਸੇ ਪਾਸਿਓਂ ਕੋਈ ਜ਼ਿਆਦਾ ਕੰਟਰੋਲ ਨਹੀਂ। ਇਹਨਾਂ ਹਾਲਾਤਾਂ ਦੇ ਵਿੱਚ, ਇਹਨਾਂ ਔਖੇ ਹਾਲਾਤਾਂ ਦੇ ਵਿੱਚ ਜੀ ਕੇ ਵੀ ਆਪਣਾ ਉਹ ਸੰਘਰਸ਼, ਤੇ ਜਿਹੜੀ ਗੱਲ ਤੇ ਤੁਸੀਂ ਖਾਸ ਤਵੱਜੋ ਦੇ ਰਹੇ ਹੋ ਕਿ ਆਪਣਾ ਉਹ ਸਹਿਜ ਤੇ ਆਪਣੀ ਉਹ ਹਲੀਬੀ, ਆਪਣਾ ਉਹ ਪਿਆਰ ਵੰਡਦੇ ਪਏ ਨੇ, ਮੈਂ ਸਮਝਦਾ ਕਿ ਇਹ ਮਾਰਵਲਸ, ਇਹਨੂੰ ਲਫ਼ਜ਼ਾਂ ਦੇ ਵਿੱਚ ਵੀ ਬਿਆਨ ਕਰਨਾ ਔਖਾ ਹੋ ਜਾਂਦਾ। ਤਾਂ ਹੀ ਉੱਥੇ ਬਹੁਤ ਸਾਰੇ ਲੋਕ ਜਿਹੜੇ ਨੇ ਆਪਾਂ ਦੇਖਦੇ ਹਾਂ ਭਾਵਕ ਹੋ ਜਾਂਦੇ ਨੇ ਸਾਰਾ ਕੁਝ ਦੇਖ ਕੇ। ਗੁਰਪ੍ਰੀਤ ਸਿੰਘ ਜੀ, ਖਾਸ ਕਰਕੇ ਨੌਜਵਾਨਾਂ ਵਾਸਤੇ ਮੈਂ ਮਤਲਬ ਇਹ ਮੇਰਾ ਬਹੁਤ, ਮੈਨੂੰ ਇਸ ਗੱਲ ਦਾ ਬਹੁਤ ਖੁਸ਼ੀ ਔਰ ਧਰਵਾਸ ਹੈ ਕਿ ਇਹਨਾਂ ਵੀਰਾਂ ਨੇ ਜਿਨ੍ਹਾਂ ਦੇ ਪ੍ਰਥਾਏ, ਜਿਨ੍ਹਾਂ ਦੇ ਪ੍ਰਤੀ ਇਹ ਕਿਹਾ, ਅਕਸਰ ਇਹ ਮਤਲਬ ਦੇ ਵਰ ਰਿਟਨ ਆਫ, ਇਹ ਵੀ ਇਹ ਤਾਂ ਜਿਸ ਤਰ੍ਹਾਂ ਜਿਹਨੂੰ ਜੇ ਮੈਂ ਕੋੜਾ ਸ਼ਬਦ ਵਰਤਾਂ, ਉੜਤਾ ਪੰਜਾਬ ਕਹਿ ਲਈਏ ਜੀ, ਉੜਤਾ ਪੰਜਾਬ ਬਣਾਤਾ ਸੀਗਾ ਜੀ। ਹਾਂਜੀ, ਹਰ ਤਰ੍ਹਾਂ ਨਾਲ ਆਪਣੇ ਕਿਸੇ ਵੀ ਦ੍ਰਿਸ਼ਟੀਕੋਣ ਤੋਂ ਐਂ ਲੱਗਦਾ ਸੀ ਵੀ
ਇਹ ਕਿਤੇ ਹੋਰ, ਇਹ ਬਾਬਾ ਹੋਰ ਮਤ ਹੋਰ ਹੋ ਗਏ ਨੇ। ਤੇ ਇਹ ਜੋ ਉਹਨਾਂ ਨੇ, ਇਹ ਜੋ ਜਿੰਨਾ ਪੰਜਾਬ ਦੇ ਪਿੰਡਾਂ ਤੋਂ ਵਿਸ਼ੇਸ਼ ਕਰਕੇ ਜਿਹੜੇ ਉੱਥੇ ਨੌਜਵਾਨੀ ਪਹੁੰਚੀ ਹੈ, ਜਿਸ ਤਰ੍ਹਾਂ ਦਾ ਉਹਨਾਂ ਨੇ ਆਪਣੇ ਉੱਪਰ ਇੱਕ ਜ਼ਿੰਮੇਵਾਰਾਨਾ ਆਪਣਾ ਉਹਦੇ 'ਚ ਕਿਰਦਾਰ ਉਹਨਾਂ ਨੇ ਸਾਰਿਆਂ ਸਾਹਮਣੇ ਰੱਖਿਆ ਹੈ, ਔਰ ਜਿਸ ਤਰ੍ਹਾਂ ਉਹਨਾਂ ਨੇ ਇੱਕ ਬੜੀ ਪਿਆਰ ਨਾਲ ਇੱਕ ਬਜ਼ੁਰਗਵਾਰਾਂ ਦੀ ਅਧੀਨਗੀ ਨੂੰ ਕਬੂਲਿਆ ਔਰ ਕਿਹਾ ਕਿ ਜੇ ਜਿੱਥੇ ਕਹਿਣਗੇ ਉੱਥੇ ਬਹਿ ਜਾਵਾਂਗੇ, ਜਿੱਥੇ ਕਹਿਣਗੇ ਉੱਥੇ ਖੜੇ ਹੋ ਜਾਵਾਂਗੇ, ਜੇ ਕਹਿਣਗੇ ਤੇ ਬੈਰੀਕੇਡ ਭੰਨ ਦੋ ਤੇ ਭੰਨ ਦਾਂਗੇ, ਜੇ ਕਹਿਣਗੇ ਤਾਂ ਜੋ ਕਹਿਣਗੇ ਉਹ ਕਰਾਂਗੇ। ਤੇ ਸਾਨੂੰ ਇਸ ਵੇਲੇ ਕਹਤੇ ਬੈਠੋ ਤਾਂ ਬੈਠੇ ਹਾਂ, ਪੱਤਰਕਾਰ ਹੈਰਾਨ ਹੋ ਰਹੇ ਨੇ ਵੀ ਇਹ ਨੌਜਵਾਨ ਇਹ ਆਗਿਆਕਾਰੀ ਪੁੱਤਰ ਤਾਂ ਇਹ ਇਸ ਤੋਂ ਵੱਡਾ ਹਲੀਮੀ, ਇਸ ਤੋਂ ਵੱਡੀ ਕਮਿਟਮੈਂਟ, ਇਸ ਤੋਂ ਵੱਡਾ ਫੋਕਸ ਤੇ ਇਸ ਤੋਂ ਵੱਡਾ ਡਿਸਪਲਿਨ ਕਿੱਥੇ ਸਾਨੂੰ ਮਿਲ ਸਕਦਾ ਹੈ। ਇਹ ਗੱਲਾਂ ਕਿਤਾਬੀ ਜਿਹੜੀਆਂ, ਬਿਲਕੁਲ ਗੁਰਪ੍ਰੀਤ ਸਿੰਘ ਜੀ ਤੁਸੀਂ ਬਿਲਕੁਲ ਸਹੀ ਕਿਹਾ ਕਿ ਜੋ ਇਤਿਹਾਸ ਵਿੱਚ ਬੱਚਿਆਂ ਨੂੰ ਸਮਝਾਉਣਾ ਮੁਸ਼ਕਲ ਹੈ, ਉਹ YouTube ਦੀਆਂ ਵੀਡੀਓਜ਼ ਦੇਖ ਕੇ ਬੱਚੇ ਸਮਝ ਰਹੇ ਨੇ ਵੀ ਇਹ ਹੁੰਦਾ ਹੈ ਕਿਰਦਾਰ, ਇਹ ਹੁੰਦਾ ਹੈ ਫੋਕਸ, ਸਮਰਪਣ ਆਪਣਾ, ਔਰ ਇਹ ਕਿਸ ਤਰ੍ਹਾਂ ਇੱਕ ਆਪਣੇ ਆਪ ਨੂੰ ਇੱਕ ਬੱਝ ਕੇ, ਇੱਕ ਨਿਯਮਬੱਧ ਕਰਕੇ। ਔਰ ਦੇਖੋ ਕਿੰਨੀ ਕਮਾਲ ਦੀ ਗੱਲ, ਇਹ ਵੀ ਇਹਨਾਂ ਵੀਰਾਂ ਤੇ, ਇਹਨਾਂ ਸਾਡੇ ਜਿਹੜੇ ਨੌਜਵਾਨੀ ਤੇ ਕਿਹੜੀ ਉਂਗਲ ਨਹੀਂ ਉੱਠੀ। ਤੇ ਉੱਥੇ ਜਿਹੜੇ ਜੇ ਉਹ ਹਰਿਆਣੇ 'ਚ ਨੇ ਤਾਂ ਹਰਿਆਣੇ ਦੇ ਉੱਥੇ ਗਲੀ ਮਹੱਲਿਆਂ 'ਚ, ਤੇ ਜੇ ਉਹ ਦਿੱਲੀ ਨੇ ਤੇ ਦਿੱਲੀ ਦੇ ਗਲੀ ਮਹੱਲਿਆਂ 'ਚ, ਉੱਥੋਂ ਦੀਆਂ ਭੈਣਾਂ ਉਹਨਾਂ ਨੂੰ ਕਹਿ ਰਹੀਆਂ ਵੀ ਇਧਰੋਂ ਦੀ ਲੰਘਣਾ ਸਾਨੂੰ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ। ਜਿਹੜੇ ਸਾਡੇ ਉੱਥੋਂ ਦੇ ਜੰਮਪਲ, ਜਿਹੜੇ ਸਾਨੂੰ ਕਿਤੇ ਜਿਨ੍ਹਾਂ ਤੋਂ ਸਾਨੂੰ ਖਤਰਾ ਹੁੰਦਾ ਸੀ, ਹੁਣ ਸਾਨੂੰ ਕੋਈ ਖਤਰਾ ਨਹੀਂ ਕਿ ਪੰਜਾਬੀ ਵੀਰ ਇੱਥੇ ਬੈਠੇ ਨੇ, ਇਹਨਾਂ ਦੇ ਸਾਹਮਣੇ ਜੁਰਤ ਨਹੀਂ ਸਾਨੂੰ। ਕਿੰਨੀ ਵੱਡੀ ਡਾਕਟਰ ਸਾਹਿਬ ਤੁਹਾਡੀ ਇਹ ਗੱਲ ਸੁਣ ਕੇ ਨਾ ਮੈਨੂੰ ਉਹ ਗੱਲ, ਕਹਾਵਤ ਯਾਦ ਆ ਗਈ, ਆਏ ਨੇ ਨਿਹੰਗ ਬੂਹੇ ਖੋਲ ਦਿਓ ਨੇ ਸੰਗ। ਹਾਂ ਬਿਲਕੁਲ, ਆਏ ਨੇ ਨਿਹੰਗ ਬੂਹੇ ਖੋਲ ਦਿਓ ਨੇ ਸੰਗ। ਇਹ ਸਾਡੀ 18ਵੀਂ ਸਦੀ ਦੀ ਕਹਾਵਤ ਸੀ, ਲੋਕਾਂ ਦੇ ਮਨਾਂ 'ਚ ਭਰੋਸਾ ਸੀ ਕਿ ਇਹ ਸਿੱਖ ਆ ਗਏ ਨੇ, ਹੁਣ ਫਿਕਰ ਕੋਈ ਨਹੀਂ, ਬੇਝਿਜਕ ਹੋ ਕੇ ਆਪਣੇ ਦਰਵਾਜ਼ੇ ਖੋਲ ਦਿਓ, ਅਸੀਂ ਸੁਰੱਖਿਅਤ ਆ। ਬਿਲਕੁਲ ਸੋ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਉਹ ਸਾਡੇ ਜੀਨ 'ਚ ਸੀ। ਹੁਣ ਦੀ ਪਨੀਰੀ ਨੇ ਇਹ ਟੀ-ਸ਼ਰਟਾਂ ਵਾਲੇ ਨਿਹੰਗ, ਇਹ ਜੀਨਾਂ ਵਾਲੇ ਨਿਹੰਗ, ਔਰ ਇਹ ਅੱਜ ਦੇ ਉਹਨਾਂ ਨੇ ਆਪਣੀ ਅੱਖਾਂ ਦੇ ਸਾਹਮਣੇ ਦੇਖ ਲਏ ਕਿ ਉੱਥੋਂ ਦੇ ਇਹ, ਔਰ ਉੱਥੋਂ ਦੇ ਦੇਖੋ ਇਹ ਜਿਹੜੇ ਜਿੱਥੇ ਇਹਨਾਂ ਦਾ ਜਿੱਥੇ ਵੀ ਰੁਕੇ ਨੇ, ਕਿਉਂਕਿ ਪੜਾਅ ਬੜੇ ਨੇ, ਪੜਾਅ ਬੇਅੰਤ ਪੜਾਅ ਨੇ, ਕਈ ਜਗ੍ਹਾ ਤੇ ਕਈ ਥਾਈਂ ਬੈਠੇ। ਹੁਣ ਜਦੋਂ ਜਿੱਥੇ ਬੈਠੇ ਆ, ਉੱਥੋਂ ਦੇ ਆਸ-ਪਾਸ ਦੇ ਜਿਹੜੇ ਉੱਥੋਂ ਦੇ ਘਰ ਨੇ, ਉਹ ਪਰਿਵਾਰ ਨੇ, ਉਹਨਾਂ ਦੀਆਂ ਧੀਆਂ ਨੇ, ਮਾਵਾਂ ਨੇ, ਭੈਣਾਂ ਨੇ ਉੱਥੇ, ਉਹਨਾਂ ਨੇ ਕਿਹਾ ਵੀ ਆ ਤੁਸੀਂ ਇੱਥੇ ਆਓ, ਇੱਥੇ ਬੈਠੋ, ਇਸ਼ਨਾਨ ਕਰੋ, ਇੱਥੇ ਤੁਸੀਂ ਰੈਸਟ ਕਰੋ, ਇੱਥੇ ਆਰਾਮ ਕਰੋ। ਬਜ਼ੁਰਗਾਂ ਲਈ ਕਮਰੇ ਖੋਲਤੇ ਨੇ, ਆਪਣੇ ਆਪਣੇ ਅਪਾਰਟਮੈਂਟ ਜੇ 2 ਸੀ, ਉਹ ਕਹਿੰਦੇ ਅਸੀਂ 1 'ਚ ਹੋ ਜਾਂਦੇ ਆ ਸਾਰਾ ਤੁਹਾਨੂੰ ਦਿੱਤਾ, ਤੁਸੀਂ ਇੱਥੇ ਆਰਾਮ ਕਰ ਲਓ, ਇੱਥੇ ਇਸ ਨੂੰ ਵਰਤ ਲਓ। ਇਹ ਕਿੰਨੀ ਵੱਡੀ ਗੱਲ ਹੈ। ਇਹ ਹੋਣਾ ਕਿੰਨੀਆਂ ਗੱਲਾਂ ਦਾ ਪ੍ਰਤੀਕ ਹੈ ਜਦੋਂ ਕੋਈ ਇਸ ਤਰ੍ਹਾਂ ਕਰਦੇ। ਸਾਡੇ ਇੱਥੇ ਜੇ ਬਾਹਰ ਕੁਝ ਲੱਗਿਆ ਹੋਏ, ਅਸੀਂ ਆਪਣੇ ਘਰ ਕਦੋਂ ਉਹਨਾਂ ਨੂੰ ਆਣ ਦਿਆਂਗੇ? ਉਹਨਾਂ ਨੇ ਉਸ ਤੋਂ ਪਹਿਲੇ ਕੀ ਕੁਝ ਕੀਤਾ ਹੋਏਗਾ? ਕਿੰਨਾ ਕਿਸੇ ਦੇ ਪ੍ਰਥਾਏ ਇੱਕ ਨਾ ਜਾਣ ਨਾ ਪਛਾਣ, ਉਹ ਕਿੱਥੇ ਰਹਿੰਦੇ ਨੇ, ਕਿੱਥੋਂ ਗਏ ਨੇ, ਤੇ ਉਹਨਾਂ ਦੇ ਮਨ 'ਚ ਇਸ ਦਾ ਭਰੋਸਾ ਜਿਹੜਾ ਭਰੋਸਾ ਉਹਨਾਂ ਦੇ ਮਨ 'ਚ, ਉਹਨਾਂ ਦੇ ਪ੍ਰਥਾਏ, ਇਹ ਜਿਹੜੀ ਇੱਜ਼ਤ ਹੈ, ਇਹ ਉਹਨਾਂ ਨੇ ਨਾ ਸਿਰਫ ਅੱਜ ਦੇ ਵਾਸਤੇ ਕਮਾਈ, ਇਹ ਆਉਣ ਵਾਲਾ ਸਾਰੇ ਸਮੇਂ ਤੱਕ ਇਹ ਬਹੁਤ ਭਾਰੀ ਇੱਕ ਜਿਹੜਾ ਵੀ ਕਿਸਾਨ ਹੈ, ਅੱਛਾ ਜੇ ਇਹ ਤਾਂ ਹੋ ਗਈ ਉੱਥੋਂ ਦੇ ਰਹਿਣ ਵਾਲੇ ਬਸ਼ਿੰਦਿਆਂ ਦਾ, ਇਹਨਾਂ ਦੇ ਕਿਰਦਾਰ ਨੂੰ ਦੇਖ ਕੇ, ਇਹਨਾਂ ਦੇ ਲੰਗਰ। ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕਰਦੇ ਪਏ ਸੀ, ਮੈਂ ਉਹਦੇ 'ਚ ਹੋਰ ਥੋੜੀ ਜਿਹੀ ਗੱਲ ਜੋੜਨਾ ਚਾਹਾਂਗਾ। ਤੁਸੀਂ ਜਿਹੜੀ ਗੱਲ ਕਰਦੇ ਪਏ ਸੀ, ਕਿਉਂਕਿ ਇਹ ਜਿਹੜੀ ਇੱਜ਼ਤ ਹੈ ਕਮਾਈ ਹੋਈ ਹੈ, ਪਹਿਲਾਂ ਸਾਡੇ ਬਜ਼ੁਰਗਾਂ ਨੇ ਕਮਾਈ ਸੀ, ਅੱਜ ਮੌਕਾ ਆਇਆ ਤੇ ਸਾਡੀ ਜਵਾਨੀ ਨੇ ਉਸ ਚੀਜ਼ ਨੂੰ ਸਿੱਧ ਕੀਤਾ ਕਿ ਹਾਂ ਅਸੀਂ ਉਸੇ ਕਿਰਦਾਰ ਦੇ ਮਾਲਕ ਹਾਂ। ਜਿਸ ਚੀਜ਼ ਨੂੰ ਬੜਾ ਬਲਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਧੁੰਦਲਾ ਕਰਨ ਦੀ, ਉੜਤਾ ਪੰਜਾਬ ਦੇ ਵਿੱਚ ਚਿੱਟਾ ਆ ਗਿਆ ਜੀ, ਇੱਥੇ ਇਹ ਹੋ ਗਿਆ ਜੀ, ਉਹ ਹੋ ਗਿਆ, ਉਹੀ ਜਵਾਨੀ ਹੈ ਜਿਹਦੇ ਤੇ ਸ਼ੱਕ ਕੀਤਾ ਜਾਂਦਾ ਸੀ।
ਐਸੀਆਂ ਸਟੇਟਮੈਂਟ ਆਈਆਂ ਕਿ 70% ਨੌਜਵਾਨ ਜਿਹੜੇ ਨੇ ਉਹ ਨਸ਼ਿਆਂ ਤੇ ਲੱਗ ਗਏ ਨੇ। ਹੁਣ ਉਹ 70% ਕਿੱਥੇ ਚਲ ਗਏ ਤੇ ਇਹ ਕਿੱਥੋਂ ਆ ਗਏ ਨੇ? ਇਹ ਜਿਹੜੇ ਦਿੱਲੀ ਦੇ ਵਿੱਚ ਐਸੇ ਜਿਹੜਾ ਸਾਰਾ ਇੰਨੇ ਡਿਸਪਲਿਨ ਦੇ ਵਿੱਚ ਆਪਣੇ ਆਪ ਨੂੰ ਕੰਟਰੋਲ ਕਰਕੇ ਆਪਣੇ ਆਪ ਨੂੰ ਵੇਖੋ, ਇਹ ਸਾਰਾ ਕੁਝ ਜਿਹੜੇ ਕਰ ਰਹੇ ਨੇ, ਆਖਰ ਪੰਜਾਬ ਦੀ ਅਸਲੀ ਜਿਹੜੀ ਪੋਜੀਸ਼ਨ ਹੈ, ਅਸਲੀ ਜਿਹੜੀ ਸਾਡੀ ਪੰਜਾਬੀਅਤ ਉਹ ਦੁਨੀਆ ਦੇ ਸਾਹਮਣੇ ਆਈ ਹੈ ਇਹਦੇ ਚ। ਜੀ ਜੀ ਡਾਕਟਰ ਸਾਹਿਬ। ਔਰ ਦੇਖੋ ਕੋਈ ਵੀ ਹਾਲਾਤਾਂ ਵਿੱਚ ਗੱਲਾਂ ਬਾਤਾਂ ਦੇ ਸਿਰਫ ਹਾਲਾਤ ਨਹੀਂ ਹੈਗੇ, ਹਾਲਾਤਾਂ ਵਿੱਚ ਪਾਣੀ ਦੀਆਂ ਬੌਛਾੜਾਂ ਨੇ। ਜਿਹਦੀ ਪੱਗ ਲਹਿੰਦੀ ਹੈ ਪਾਣੀ ਦੀ ਬੌਛਾੜ ਦੇ ਨਾਲ, ਉਹ ਕਹਿੰਦਾ ਮੈਂ ਇਹਨੂੰ ਵੱਢਦਾ, ਦੇ ਇਹਦਾ ਮੈਂ ਗੱਲ ਵੱਢ ਦੇਣਾ ਬੰਦੇ ਦਾ। ਉਹ ਕਿਸ ਤਰ੍ਹਾਂ ਉਹਦਾ ਉਛਾਲ ਆਉਂਦਾ ਉਸਦੇ ਅੰਦਰੋਂ। ਤੇ ਜਿਹਨੂੰ ਆਂਸੂ ਗੈਸ ਉਹਨੂੰ ਪੈ ਰਹੇ ਨੇ, ਸਿਰਫ ਗੱਲ ਉਹ ਆਪਣੀ ਕਰ ਰਿਹਾ, ਕਿਸੇ ਕੁਝ ਖੋਣ ਨਹੀਂ ਜਾ ਰਿਹਾ। ਉਹਨੂੰ ਆਂਸੂ ਗੈਸ ਪੈ ਰਹੇ ਹੋਣ, ਗੋਲੇ ਪੈ ਰਹੇ ਹੋਣ, ਤੇ ਫਿਰ ਉਹ ਹਲੀਮੀ ਰੱਖ ਲੇ। ਫਿਰ ਉਹ ਅਸਲ 'ਚ ਕਿੰਨਾ ਅਧੀਨਗੀ ਦਾ ਆਧਾਰ ਹੈ ਉਸਦੇ ਧਰਾਤਲ ਤੇ, ਉਸਦੇ ਅੰਤਰੀ ਵਿੱਚ, ਉਸਦਾ ਅੰਦਾਜ਼ਾ ਹੀ ਉਦੋਂ ਹੁੰਦਾ ਹੈ ਜਦੋਂ ਉਸਨੂੰ ਕੋਈ ਚੁੰਡੀ ਮਾਰੀ ਜਾਏ। ਤਾਂ ਇਹ ਬਹੁਤ ਭਾਰੀ ਜਿਹੜਾ ਟੈਸਟ ਜਿਹੜਾ ਹੋਇਆ, ਉਸ ਤੋਂ ਇਹ ਸੁਰਖਰੂ ਹੋ ਕੇ ਆਪਣੇ ਲੰਮੇਰੀਆਂ ਜੜ੍ਹਾਂ ਕਰਕੇ, ਉਹ ਜੜ੍ਹਾਂ ਸਿਰਫ ਜੜ੍ਹਾਂ ਕਰਕੇ ਨਹੀਂ ਹੈ, ਉਹ ਜੜ੍ਹਾਂ ਨੇ ਉਹਨਾਂ ਦੀਆਂ, ਉਸਦੀ ਜਿਹੜੀ ਵਿਚਾਰਧਾਰਕ, ਉਹ ਜਿਹੜੀ ਵਿਚਾਰਧਾਰਕ ਸਹਿਜਤਾ ਹੈ, ਵਿਚਾਰਧਾਰਕ ਆਨੰਦ ਹੈ, ਵਿਚਾਰਧਾਰਕ ਹਲੀਮੀ ਹੈ, ਉਸਨੇ ਜਿਹੜੇ ਇਹਨਾਂ ਦੇ ਵਿਹਾਰ ਵਿੱਚ ਉਹ ਉਹਨਾਂ ਨੂੰ ਪ੍ਰਤੱਖ ਕਰਕੇ ਦਿਖਾਇਆ। ਤੇ ਅੱਗੋਂ ਹੀ ਜੇਕਰ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਅਸੀਂ 6 ਮਹੀਨੇ ਦਾ ਰਾਸ਼ਨ ਲੈ ਕੇ ਆਏ ਸੀਗੇ, ਉਹ ਤੇ ਹਾਲੇ ਸ਼ੁਰੂ ਹੋਣਾ ਹੈ। ਜਿਹੜੇ ਲੰਗਰ ਲੱਗੇ ਹੋਏ ਨੇ, ਇਹ ਲੋਕਾਂ ਨੇ ਆਪ ਸਾਨੂੰ, ਦੇਖੋ ਕਿਰਦਾਰ ਨੂੰ ਕਿੰਨੀ ਪ੍ਰਫੁੱਲਤਾ ਹੈ, ਔਰ ਹਲੀਮੀ ਨੂੰ ਕਿੰਨੀ ਜ਼ਿਆਦਾ ਮਾਣ ਮਿਲਦਾ ਹੈ। ਔਰ ਇਹ ਉਹਨਾਂ ਨੇ ਆਪਣੇ ਮਨਾਂ ਤੇ ਕਾਬੂ ਕੀਤਾ ਹੈ। ਗੁਰੂ ਸਾਹਿਬ ਨੇ ਜੋ ਮਨ ਜੀਤਿਆ ਜਗ ਜੀਤ, ਸਾਰਾ ਜਗ ਜਿੱਤਣ ਵਾਲੀ ਬਾਤ ਹੈ। ਸਾਰਾ ਜਗ ਜਿੱਤ ਲਿਆ। ਭਾਂਤ ਦੇ ਲੋਕ ਕਿੱਥੋਂ ਕਿੱਥੋਂ ਆਏ। ਅੱਛਾ, ਸਿਰਫ ਲੋਕ ਨਹੀਂ, ਜਿਹੜੇ ਉੱਥੋਂ ਦੇ ਕਿਸਾਨ ਰਲ ਲੈਣੇ ਨਾਲ। ਕਿਹੜੇ ਕਿਸਾਨ ਨੇ ਨਹੀਂ ਕਿਹਾ ਪੰਜਾਬੀ ਕਿਸਾਨ ਨੂੰ ਕਿ ਇਹ ਮੇਰਾ ਵੱਡਾ ਭਰਾ ਹੈ? ਤੇ ਜਿਹੜੇ ਕਿਸਾਨ ਹਾਲੇ ਕੇਰਲਾ 'ਚ ਬੈਠੇ ਹੋਣਗੇ, ਬੰਗਾਲ 'ਚ ਬੈਠੇ ਨੇ, ਕਰਨਾਟਕਾ 'ਚ ਬੈਠੇ ਨੇ, ਉਹ ਨਹੀਂ ਕਹਿ ਰਹੇ ਉਹਨਾਂ ਨੂੰ ਦੇਖੋ ਪੰਜਾਬ ਵੱਲ, ਦੇਖੋ ਪੰਜਾਬ ਦੇ ਕਿਸਾਨ ਵੱਲ। ਜਿਹੜੀਆਂ YouTube ਤੇ ਗੱਲਾਂ ਚੱਲ ਰਹੀਆਂ ਨੇ, ਉਹ ਘਰ ਘਰ ਜਾ ਰਹੀਆਂ ਨੇ, ਤੇ ਉੱਥੇ ਉਹ ਗੱਲਾਂ ਨਹੀਂ ਕਰ ਰਹੇ ਇਹਨਾਂ ਦੀਆਂ। ਤੇ ਉਹ ਇਹ ਗੱਲਾਂ ਜਿਹੜੀਆਂ ਨੇ, ਇਹ ਬਹੁਤ, ਇਸ ਦੇ ਨਾਲ ਇੱਕ ਪੈਰਾਡਾਈਮ ਸ਼ਿਫਟ ਹੋ ਗਿਆ ਹੈ, ਜਿਹਨੂੰ ਕਹਿੰਦੇ ਨੇ 84 ਕੱਟੀ ਗਈ। ਜੋ ਹਾਲਾਤ 84 ਦੇ ਅਚਨਚੇਤ ਪਤਾ ਨਹੀਂ ਕਿੱਧਰੋਂ ਆ ਕੇ ਹਰ ਸਿੱਖ ਨੂੰ, ਹਰ ਬੱਸ 'ਚ ਬੈਠੇ ਹਰ ਪੰਜਾਬੀ ਨੂੰ, ਹਰ ਰੇਲ ਗੱਡੀ ਤੇ ਜਾਂਦੇ ਹੋਏ ਨੂੰ, ਰਾਤ ਬਰਾਤ ਕਿੱਥੇ ਲੰਘਦੇ ਨੂੰ, ਜਿਸ ਨਿਗਾਹ ਨਾਲ, ਔਰ ਉਹਨਾਂ ਨੂੰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਸਾਡੇ ਵੱਡੇ ਭਰਾ ਨੇ, ਇਹ ਪੰਜਾਬੀ ਵੱਡੇ ਭਰਾ ਨੇ। ਬਿਲਕੁਲ ਤੁਸੀਂ ਜਿਹੜੀ ਗੱਲ ਇਹਨੂੰ ਕੋਰਿਲੇਟ ਕੀਤਾ ਹੈ, ਬਿਲਕੁਲ ਮੈਂ ਸਮਝਦਾ ਕਿ ਇਹਨੇ ਉਹ 84 ਵਾਲੀ ਜਿਹੜੀ ਉਹ ਨਫ਼ਰਤ ਸੀ, ਉਹਦੇ ਉੱਤੇ ਇੱਕ ਐਸਾ ਪਿਆਰ ਦਾ ਪੋਚਾ ਮਾਰ ਦਿੱਤਾ। ਠੀਕ ਹੈ, ਜਿਹੜੀ ਸਾਡੀ ਸਰਕਾਰਾਂ ਦੇ ਨਾਲ ਜਾਂ ਉਹ ਕਾਨੂੰਨੀ ਲੜਾਈ ਹੈ, ਉਹ ਇੱਕ ਅਲੱਗ ਇਸ਼ੂ ਹੈ, ਪਰ ਆਮ ਲੋਕਾਂ ਦੇ ਵਿੱਚ 84 ਤੋਂ ਲੈ ਕੇ ਹੁਣ ਤੱਕ ਜਿਹੜੀ ਸਾਡੀ ਇਮੇਜ ਬਣਾਈ ਗਈ ਸੀ, ਜਾਂ 84 ਤੋਂ ਪਹਿਲਾਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਅੱਜ ਵੀ ਕੁਛ ਲੋਕਾਂ ਨੇ, ਕੁਛ ਮੀਡੀਆ ਦੇ ਹਿੱਸੇ ਨੇ ਇਹ ਗੱਲ ਉਛਾਲੀ ਕਿ ਵੱਖਵਾਦੀ ਨੇ, ਇਹ ਹੈ ਉਹ ਹੈ। ਪਰ ਗੱਲ ਇਹ ਆ ਕਿ ਜਿਹੜੀ ਗੱਲ ਲੋਕਾਂ ਦੇ, ਜਿਹੜੀ ਸੱਚਾਈ ਸੀ, ਉਹ ਲੋਕਾਂ ਦੇ ਸਾਹਮਣੇ ਆ ਗਈ, ਕਿਉਂਕਿ ਉੱਥੇ ਬਹੁਤ ਵੱਡਾ ਏਰੀਆ ਜਿਹਦੇ ਵਿੱਚ ਸੰਘਰਸ਼ ਚੱਲਦਾ ਪਿਆ, ਤੇ ਉੱਥੋਂ ਦੇ ਲੋਕ ਜਿਹੜੇ ਵਿਚਰਦੇ ਨੇ, ਲੰਘਦੇ ਨੇ, ਆਉਂਦੇ ਜਾਂਦੇ ਨੇ, ਉਹਨਾਂ ਦੇ ਮੂੰਹੋਂ ਜਦੋਂ ਇਹ ਸਾਰੀਆਂ ਗੱਲਾਂ, ਤੇ ਵਿਸ਼ੇਸ਼ ਰੂਪ 'ਚ ਮੈਂ ਇੱਥੇ ਦੱਸਾਂ ਤੇ ਜਿਹੜੇ ਪੱਤਰਕਾਰ ਦੂਸਰੀਆਂ ਸਟੇਟਸ ਤੋਂ ਆਏ, ਇੱਕ ਬਿਹਾਰ ਤੋਂ ਆਏ ਹੋਏ ਪੱਤਰਕਾਰ ਨੇ ਬਹੁਤ ਲੰਬਾ ਇਹਦੇ ਉੱਤੇ ਇੱਕ ਰਿਵਿਊ ਦਿੱਤਾ। ਉਹਨੇ ਕਿਹਾ ਕਿ ਮੇਰਾ ਜੀ ਕਰਦਾ ਕਿ ਮੈਂ ਸਰਦਾਰਾਂ ਨੂੰ ਸਲਾਮ ਕਰਾਂ, ਸਰਦਾਰ ਜੀ ਤੁਸੀਂ ਗ੍ਰੇਟ ਹੋ। ਇਹ ਜਿਹੜੀ ਗੱਲ ਇੱਕ ਬੜੇ ਸੁਲਝੇ ਹੋਏ ਪੱਤਰਕਾਰ ਨੇ ਉਹ ਜੀ। ਜਦੋਂ ਵੀ ਜੀ ਲਾਕਡਾਊਨ ਹੋਇਆ ਤੇ ਜਿਹਨੇ ਗੁਰਦੁਆਰਾ ਸਾਹਿਬਾਨ 'ਚ ਲੰਗਰ ਲੱਗੇ, ਜਿੱਥੇ ਲੋਕਾਂ ਨੇ ਪਹੁੰਚ ਕੇ ਉੱਥੇ ਉਹਨਾਂ ਨੇ ਲੰਗਰ ਛਕਾਏ, ਉਹਨਾਂ ਨੂੰ ਪੈਕਟ ਲੈ ਕੇ ਗੁਰਦੁਆਰਾ ਸਾਹਿਬ ਦੇ ਸੰਗਤਾਂ ਨੇ ਦੂਰ ਦਰਾਡੇ ਜਾ ਕੇ, ਬਿਹਾਰ ਦੇ, ਯੂਪੀ ਦੇ, ਉਸਦਾ ਜਿਹੜਾ ਅਸਰ ਹੈ ਉਹ ਵੀ ਇਸ ਦੇ ਵਿੱਚ ਸ਼ਾਮਲ ਹੈ। ਤਾਂ ਉਹ ਜਿਹੜਾ ਇੱਕ ਇਹ ਸ਼ਿਫਟ ਹੋਇਆ ਹੈ,
ਇਸ ਦੇ ਨਾਲ ਇੱਕ ਜਿਹੜੀ ਇੱਜ਼ਤ ਦੀ ਨਿਗਾਹ, ਇੱਕ ਭਰੋਸਗੀ ਵਾਲੀ ਗੱਲ, ਇੱਕ ਕਿਰਦਾਰ ਵਾਲੀ ਗੱਲ, ਔਰ ਜਿਹੜਾ ਇੱਕ ਆਪਣੇ ਕੋਲੋਂ ਕਿਸੇ ਨੂੰ ਦੇ ਕੇ ਹੱਥੋਂ ਦੇ ਕੇ ਭਲਾ ਮਨਾਵੇ, ਇਹ ਜਿਹੜਾ ਭਲਾ ਔਰ ਚੰਗੇਰਾ ਇਨਸਾਨ ਹੋਣ ਦਾ ਇੱਕ ਥ੍ਰੈਸ਼ਹੋਲਡ ਜਿਹੜਾ ਹੈਗਾ ਉਹ ਆਮ। ਔਰ ਇੰਨੀਆਂ ਅੱਜ ਕੱਲ ਅਸੀਂ ਦੇਖਦੇ ਹਾਂ WhatsApp ਤੇ Facebook ਤੇ ਜਿਹੜੀਆਂ ਛੋਟੀਆਂ ਬੇਟੀਆਂ ਸਾਡੀਆਂ ਭੈਣਾਂ ਛੋਟੀਆਂ ਨਿੱਕੀਆਂ ਸਕੂਲਾਂ ਕਾਲਜਾਂ 'ਚ ਪੜ੍ਹਦੀਆਂ, ਉਹ ਉਹਨਾਂ ਤੋਂ ਪੁੱਛਿਆ ਜਾਂਦਾ, ਪੱਤਰਕਾਰ ਪੁੱਛਦੇ ਨੇ ਇਹਨਾਂ ਬਾਰੇ ਕੀ ਸੋਚਦੇ ਹੋ, ਤੇ ਉਹ ਉਹਨਾਂ ਜਿਹੜੇ ਲੰਗਰਾਂ ਦਾ ਉਹ ਜਿਹੜੇ ਕਿਰਦਾਰ ਨੇ, ਤੇ ਜਿਸ ਤਰ੍ਹਾਂ ਹੁਣ ਇੱਕ ਲੀਡਰਸ਼ਿਪ ਰੋਲ, ਤੇ ਇਸ ਦਾ ਇੱਕ ਕਿਸੇ ਨੇ ਕੰਪੈਰੀਜ਼ਨ ਕੀਤਾ ਕਿ ਸ਼ਾਹੀਨ ਬਾਗ ਵਿੱਚ ਕੀ ਹੋਇਆ ਤੇ ਦਿੱਲੀ ਦੇ ਮੋਰਚੇ ਤੇ ਕੀ ਹੋਇਆ, ਤੇ ਉਹਦੇ 'ਚ ਇਹ ਬੜਾ ਇੱਕ ਹੋਰ ਪਹਿਲੂ ਸਾਹਮਣੇ ਆਇਆ ਕਿ ਜਿਹੜਾ ਸਾਡੇ ਵਿਰਾਸਤ ਵਿੱਚ ਸੰਤ ਸਿਪਾਹੀ ਵਾਲਾ ਜਿਹੜਾ ਰੋਲ ਹੈ, ਉਹਦੇ ਵਿੱਚ ਇਹ ਥੋੜਾ ਜਿਹਾ ਬਾਕੀ ਸੰਘਰਸ਼ਾਂ ਤੋਂ, ਦੇਖੋ ਜਾਂ ਤੇ ਸੰਘਰਸ਼ ਹੋ ਜਾਣ ਕਿ ਆਪਣੇ ਤੋਂ ਬਾਹਰ ਹੋ ਜਾਣ, ਅੱਗਾਂ ਲਾ ਦਿਓ, ਇਹ ਜੋ ਰਾਮ ਰਹੀਮ ਵੇਲੇ ਹੋਇਆ ਤੇ ਉਹਦਾ ਖਮਿਆਜ਼ਾ ਭੁਗਤਿਆ, ਤੇ ਦੂਸਰੇ ਪਾਸੇ ਇੱਕ ਇਹੋ ਜਿਹਾ ਮਾਡਲ ਹੈ ਜਿਸ ਤਰ੍ਹਾਂ ਸ਼ਾਹੀਨ ਬਾਗ ਤੇ ਹੋਇਆ ਕਿ ਬੰਦੇ ਪਿੱਛੇ ਰਹਿ ਗਏ, ਬੀਬੀਆਂ ਭੈਣਾਂ ਨੇ, ਮਾਤਾਵਾਂ ਨੇ ਮੋਰਚੇ ਸੰਭਾਲੇ, ਤੇ ਉਹ ਗਾਂਧੀਅਨ ਮੈਨੇਜਮੈਂਟ ਦੇ ਹਿਸਾਬ ਨਾਲ ਸੰਭਾਲੇ ਵੀ ਅਸੀਂ ਇੱਥੇ ਬੈਠੇ ਹਾਂ, ਕਿਸੇ ਨੂੰ ਕੁਝ ਨਹੀਂ ਕਹਿਣਾ, ਤੇ ਉਹ ਜਿਹੜਾ ਇੱਕ ਮਾਡਲ ਹੈ। ਪਰ ਇਹ ਜਿਹੜੀ ਲੈਗੇਸੀ ਪੰਜਾਬੀ ਕਿਸਾਨ ਕੋਲ ਹੈ, ਜਿਹੜੀ ਪੰਜਾਬੀ ਨੌਜਵਾਨ ਕੋਲ ਹੈ, ਉਹ ਸੰਤ ਸਿਪਾਹੀ ਵਾਲੀ ਹੈ, ਤੇ ਜੇ ਪੁਛਾੜਾਂ ਆਈਆਂ ਤੇ ਪੁਛਾੜ ਦੇ ਉੱਤੇ ਚੜ ਕੇ ਪੁਛਾੜ ਦਾ ਮੂੰਹ ਮੋੜਿਆ, ਜੇ ਗੋਲਾ ਆਇਆ ਤੇ ਉਸਦਾ ਜਵਾਬ ਪੱਥਰ ਨਾਲ ਦਿੱਤਾ, ਤੇ ਜੇਕਰ ਆਪਣੇ ਤੌਰ ਤੇ ਕਿਸੇ ਨੂੰ ਕੁਝ ਨਹੀਂ ਕਿਹਾ ਤੇ ਵੰਡਿਆ, ਪਿਆਰ ਵੀ ਵੰਡਿਆ ਤੇ ਲੰਗਰ ਵੀ ਵੰਡਿਆ। ਤਾਂ ਇਹ ਇੱਕ, ਔਰ ਜਿਹਦੇ ਨਾਲ ਗੱਲ ਕਰਕੇ ਮੈਂ ਤਾਂ ਹੈਰਾਨ ਹਾਂ ਵੀਰ ਜੀ, ਜਦੋਂ ਉੱਥੇ ਪੱਤਰਕਾਰ ਜਾ, ਤੁਸੀਂ ਦੱਸਿਓ ਕਿਉਂ ਆਏ ਹੋ ਇੱਥੇ, ਕੀ ਕਰਦੇ ਹੋ, ਉਹ ਇੰਨੇ ਕਲੀਅਰ ਨੇ, ਹਰ ਬੱਚਾ ਇੰਨਾ ਕਲੀਅਰ ਹੈ, ਹਰ ਬਜ਼ੁਰਗ ਇੰਨਾ ਕਲੀਅਰ ਹੈ, ਹਰ ਨੌਜਵਾਨ ਆਪਣਾ ਕਿੰਨਾ ਫੋਕਸਡ ਹੈ, ਔਰ ਉਸਦੀ ਬਾਡੀ ਲੈਂਗੁਏਜ ਕੋਈ ਕਿਸੇ ਤੋਂ ਵੱਖਰਾ ਨਹੀਂ, ਸਾਰੇ ਇੱਕੋ ਜਿਹੇ। ਇਹ ਜਿਹੜਾ ਉਹਨਾਂ ਦੇ ਅੰਦਰ ਜਿਹੜੀ ਵਸੀ ਹੋਈ ਚੀਜ਼ ਹੈ, ਉਸ ਨੂੰ ਕੇਵਲ ਬੜੇ ਸਿਆਣੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਲਾਭਬੰਦ ਕੀਤਾ ਹੈ, ਤੇ ਇਹ ਜਿਹੜੇ ਨੌਜਵਾਨ ਨੇ ਉਹਨਾਂ ਨੇ ਰੇਖਾ ਵੀ ਬੜੀ ਕਿਹੜੇ ਹੋ ਕੇ ਖਿੱਚੀ ਹੈ ਵੀ ਇਹਦੇ 'ਚ ਕੋਈ ਕਿਉਂਕਿ ਇਹ ਹੁੰਦਾ ਹੈ ਕਿ ਇਹ ਜਦੋਂ ਅੱਗੇ ਲੱਗ ਕੇ ਨੌਜਵਾਨੀ ਅੱਗੇ ਲੱਗਦੀ ਹੈ, ਤੇ ਜਿਹੜੇ ਚੰਦ ਬੰਦੇ ਅੱਗੇ ਜਾ ਕੇ ਗੱਲ ਕਰਦੇ ਨੇ, ਤੇ ਉਹ ਫਿਰ ਦੇਖਦੇ ਨੇ ਵੀ ਇਹ ਗੱਲ ਤਾਂ ਹੋਈ ਨਹੀਂ ਸੀ, ਇਹ ਗੱਲ ਕੀ ਹੋ ਗਈ। ਪਰ ਇਹ ਵਾਰੇ ਜਾਈਏ, ਇਹਨਾਂ ਬਜ਼ੁਰਗ ਜਿਹੜੇ ਅੱਗੇ ਲੱਗੇ ਨੇ, ਉਹਨਾਂ ਨੇ ਆਪਣੇ ਇੰਨੀ ਜ਼ਿਆਦਾ ਅਣਖ ਕਿ ਜੇ ਉੱਥੇ ਇਕੱਤਰਤਾ ਤੇ ਬੁਲਾਇਆ ਵੀ ਹੈ, ਉਹ ਪੈਰਾਂ ਤੇ ਬਹਿ ਕੇ ਆਪਣੇ ਜੇਬ ਚੋਂ ਕੱਢੀ ਹੋਈ ਪੋਟਲੀ ਵਿੱਚੋਂ ਆਪਣਾ ਖਾਣਾ ਖਾ ਰਿਹਾ। ਉਹ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਅੱਜ ਮੈਨੂੰ ਇੱਥੇ ਰਸਮਲਾਈ ਮਿਲੀ, ਬਾਅਦ ਚ ਭੁੱਖੇ ਮਰਿਆ 2 ਦਿਨ ਦੇ, ਤੇ ਇੱਥੇ ਮੈਂ ਕੁਝ ਖਾ ਜਾ। ਉਹਨਾਂ ਦਾ ਖਾਣਾ ਸੜਦਾ ਰਿਹਾ ਉੱਥੇ। ਬਾਹਰੋਂ ਆਏ ਜਿਹੜੇ ਕਿਸਾਨ ਨੇ, ਉਹ ਆਪਣੇ ਜੇਬਾਂ ਚ ਉਹਨਾਂ ਨੇ ਪੋਟਲੀਆਂ ਕੱਢ ਕੇ ਆਪਣੇ ਖਾਧੇ, ਕਹਿੰਦੇ ਸਾਡੇ ਭਰਾ ਸੜਕ ਤੇ ਬੈਠੇ ਨੇ। ਇਹ ਗੱਲਾਂ ਜਿਹੜੀਆਂ ਨੇ ਡਾਕਟਰ ਸਾਹਿਬ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ, ਮੈਂ ਸਮਝਦਾ ਕਿ ਇਹਨਾਂ ਨੇ ਬੜਾ ਵੱਡਾ ਹਲੂਣਾ ਦਿੱਤਾ ਹੈ। ਠੀਕ ਹੈ, ਅਸੀਂ ਬੜੇ ਟਾਈਟ ਮਾਹੌਲ ਦੇ ਵਿੱਚ ਇੱਕ ਬੜੇ ਸੰਘਰਸ਼ ਚੋਂ ਲੰਘ ਰਹੇ ਹਾਂ, ਪਰ ਇੱਕ ਗੱਲ ਇਹ ਵੀ ਹੈ, ਆਪਾਂ ਜਾਣਦੇ ਹਾਂ ਗੁਰਬਾਣੀ ਦੇ ਵਿੱਚ ਵੀ ਉਦਾਹਰਨਾਂ ਨੇ ਕਿ ਸੋਨਾ ਜਦੋਂ ਕੋਠਾਲੀ 'ਚ ਪੈਂਦਾ ਉਦੋਂ ਹੀ ਚਮਕਦਾ, ਤੇ ਪੰਜਾਬੀਆਂ ਨੂੰ ਜਦੋਂ ਔਖੇ ਹਾਲਾਤ ਜਦੋਂ ਸਾਹਮਣੇ ਆਉਂਦੇ ਨੇ ਉਦੋਂ ਹੀ ਨਿਖਰ ਕੇ ਸਾਹਮਣੇ ਆਉਂਦੇ ਨੇ। ਸੋ ਪੰਜਾਬੀਅਤ ਨਿਖਰੀ ਹੈ, ਫਿਰ ਚਾਹੇ ਉਹ ਸ਼ੰਭੂ ਬਾਰਡਰ ਦੀ ਗੱਲ ਹੋਏ, ਜਿੱਥੇ 25-26 ਦਾ ਉਹ ਸੰਘਰਸ਼ ਜਿਹੜਾ ਪੂਰੀ ਦੁਨੀਆ ਨੇ ਵੇਖਿਆ, ਜਿਹਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਕਿ ਇਹਨਾਂ ਦੇ ਨਾਲ ਐਸਾ ਕਿਉਂ ਹੋ ਰਿਹਾ ਹੈ। ਸਿਰਫ ਪੰਜਾਬੀ ਹੀ ਨਹੀਂ, ਮੈਂ ਸਮਝਦਾ ਪੂਰਾ ਇੰਡੀਆ ਹੀ, ਜਦੋਂ ਇਸ ਤਰ੍ਹਾਂ ਦਾ ਵਤੀਰਾ ਹੋਏ, ਇਹ ਕਿਰਦਾਰ ਹੋਏ, ਤਾਂ ਫਿਰ ਕੁਝ ਵੀ ਅਸੰਭਵ ਨਹੀਂ। ਔਰ ਜਿੱਥੋਂ ਤੁਸੀਂ ਸੋਚਿਆ ਨਹੀਂ ਹੁੰਦਾ, ਭਾਵੇਂ ਉਹ ਲੋਕਲ ਮਹੱਲਾ ਹੈ, ਭਾਵੇਂ ਉੱਥੇ ਖੇਤ ਹੈ, ਭਾਵੇਂ ਉਹ ਹਾਈਵੇ ਹੈ, ਕਿੱਥੋਂ ਲੋਕ ਪੁੱਜ ਰਹੇ ਨੇ। ਜੇਕਰ ਸਾਡੇ ਵੀਰ ਇਹ ਕਹਿ ਰਹੇ ਨੇ ਕਿ ਹਾਲੇ ਆਪਣਾ ਰਾਸ਼ਨ ਤਾਂ ਸ਼ੁਰੂ ਕਰਨਾ ਹੈ,
ਤੇ ਇਸ ਦਾ ਮਤਲਬ ਹੈ ਵੀ ਕਿੱਥੋਂ ਕਿੱਥੋਂ ਲੋਕ ਜਿਹੜੇ ਸੋਚੇ ਨਹੀਂ ਸੀਗੇ, ਜਿਨ੍ਹਾਂ ਨੂੰ ਕਿਸੇ ਨੇ ਕੋਈ ਪਹਿਲੇ ਫੋਨ ਤੇ ਨਹੀਂ ਬੁਲਾਇਆ ਵੀ ਤੁਸੀਂ ਆ ਜਾਓ ਅਸੀਂ ਪਹੁੰਚ ਰਹੇ ਹਾਂ, ਉਹ ਆਪਣੇ ਆਪ ਮੁਹਾਰੇ ਆਪਣੇ ਤੌਰ ਤੇ ਉਹ ਉੱਥੇ ਪੁੱਜ ਰਹੇ ਨੇ। ਅੱਛਾ, ਜਿਹੜੇ ਦੇਖੋ ਰਾਸ਼ਟਰੀ ਪੱਧਰ ਤੇ, ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਮੀਡੀਆ ਹੈ, ਉਹ ਮੀਡੀਆ ਨੂੰ ਸਵਾਲ ਕਰ ਰਿਹਾ ਕਿ ਭਾਈ ਸਾਨੂੰ ਦਿਸਦਾ, ਤੁਹਾਨੂੰ ਕਿਉਂ ਨਹੀਂ ਦਿਸਦਾ, ਤੁਹਾਨੂੰ ਕਿਉਂ ਨਹੀਂ ਦਿਸਦਾ। ਇੱਕ ਵੱਡੀ ਗੱਲ ਹੈ ਡਾਕਟਰ ਸਾਹਿਬ, ਇੱਥੇ ਇੱਕ ਛੋਟਾ ਜਿਹਾ ਅਸੀਂ ਵਿਸ਼ਰਾਮ ਲੈਣਾ ਹੈ, ਪਰ ਮੈਂ ਇੱਥੇ ਚਾਹਾਂਗਾ ਕਿ ਇੱਕ ਹੋਰ ਬੜੀ ਜ਼ਰੂਰੀ ਗੱਲ ਜਿਹੜੀ ਸਾਡੇ ਸਾਹਮਣੇ ਹੈ ਕਿ ਪੰਜਾਬ ਦੇ 5 ਦਰਿਆ ਤਾਂ ਆਪਾਂ ਸੁਣੇ ਸੀ, ਪੰਜਾਬ ਨੇ ਇੱਕ 6ਵਾਂ ਦਰਿਆ, ਉਹਦਾ ਵੇਗ ਅੱਜ ਕੁੱਲ ਦੁਨੀਆ ਦੇਖ ਰਹੀ, ਉਹ ਹੈ ਪਿਆਰ ਦਾ ਦਰਿਆ, ਉਹ ਹੈ ਹਲੀਮੀ ਦਾ ਦਰਿਆ, ਉਹ ਹੈ ਆਪਣੇ ਆਪ ਨੂੰ ਸੇਵਾਦਾਰ ਬਣਾ ਕੇ ਪੇਸ਼ ਕਰਨ ਦਾ। ਸੋ ਇਸ ਪਿਆਰ ਦੇ ਦਰਿਆ ਦੇ ਵਿੱਚ ਅੱਜ ਕੁੱਲ ਦੁਨੀਆ ਦੇਖਦੀ ਪਈ ਹੈ, ਸਬਰ ਦਾ ਦਰਿਆ ਹੈ। ਸੋ ਇਹ ਦਰਿਆ ਜਿਹੜਾ ਹੈ, ਇਹ ਸਾਡਾ ਉਸ ਵਿਰਸੇ ਦਾ ਦਰਿਆ ਜੋ ਸਾਨੂੰ ਗੁਰੂ ਬਾਬੇ ਨੇ ਜਿਹੜਾ ਸਾਨੂੰ ਵਿਰਸਾ ਦਿੱਤਾ ਹੈ, ਜਿਹੜਾ 20 ਦਾ ਲੰਗਰ ਚਲਾਇਆ ਸੀ ਨਾ, ਵੇਖੋ ਇੰਨੇ ਲੰਗਰ ਆ ਗਏ, ਬਦਾਮ ਚੱਲਣ ਦੇ, ਕਾਜੂ ਪਿਸਤਾ, ਪਤਾ ਨਹੀਂ ਕੀ ਕੁਛ ਦੁਨੀਆ ਭਰ ਦੇ ਜਿਹੜੀਆਂ ਸੌਗਾਤਾਂ ਨੇ ਉੱਥੇ ਵੰਡੀਆਂ ਜਾ ਰਹੀਆਂ ਨੇ, ਤੇ ਅੱਜ ਦੁਨੀਆ ਸਜਦਾ ਕਰਦੀ ਪਈ, ਸਲਾਮਾ ਕਰਦੀ ਪਈ ਹੈ ਬਾਬੇ ਨਾਨਕ ਨੂੰ, ਬਾਬੇ ਨਾਨਕ ਦੀ ਧਰਤੀ ਪੰਜਾਬ ਨੂੰ। ਸੋ ਇੱਥੇ ਛੋਟਾ ਜਿਹਾ ਵਿਸ਼ਰਾਮ ਲੈ ਕੇ ਅਸੀਂ ਬਹੁਤ ਜਲਦੀ ਹੱਥ ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਸੋ ਇਹ ਪੁੱਠੀ ਪਈ ਹੋਈ ਬਾਜੀ ਨੇ ਜਿੱਥੇ ਸਾਨੂੰ ਸੱਜਣਤਾਈ ਮਿਲਾਈ, ਸਾਡੇ ਉਹ ਭਰਾ ਜਿਨ੍ਹਾਂ ਨੂੰ ਸਾਡਿਆਂ ਤੋਂ ਵਿਛੋੜਿਆ ਗਿਆ ਸੀ, ਸਾਨੂੰ ਅਹਿਸਾਸ ਵੀ ਨਹੀਂ ਸੀ ਇਸ ਗੱਲ ਦਾ, ਸ਼ਾਇਦ ਇਸ ਸਮੇਂ ਨੇ ਸਾਨੂੰ ਅਹਿਸਾਸ ਦਿਵਾਇਆ। ਹਰਿਆਣੇ ਵਾਲੇ ਸਾਡੇ ਭਰਾਵਾਂ ਨੇ ਪੰਜਾਬ ਨੂੰ ਵੱਡੇ ਭਰਾ ਦਾ ਮਾਣ ਦਿੱਤਾ, ਤੇ ਸਿਰਫ ਮਾਣ ਹੀ ਨਹੀਂ ਦਿੱਤਾ, ਗੱਲੀ ਬਾਤੀ ਮਾਣ ਨਹੀਂ ਦਿੱਤਾ, ਬਲਕਿ ਜਦੋਂ ਬੈਰੀਕੇਡ ਲੱਗੇ ਸੀ ਹਰਿਆਣੇ ਦੇ ਵਿੱਚ ਤੇ ਉਹਨਾਂ ਦੀ ਜਿਹੜੀ ਜਵਾਨੀ ਤੇ ਉਹਨਾਂ ਦੇ ਬਜ਼ੁਰਗਾਂ ਨੇ ਪਹਿਲਾਂ ਉਹ ਰਾਹ ਸਾਫ਼ ਕੀਤਾ, ਉਹ ਰਾਹ ਸਾਫ਼ ਕੀਤੇ, ਆਪਣੀਆਂ ਖੇਤਾਂ ਦੇ ਵਿੱਚੋਂ ਦੀ ਪੰਜਾਬ ਦੇ ਕਿਸਾਨਾਂ ਨੂੰ ਲੰਘਾਇਆ, ਕੋਈ ਗੱਲ ਨਹੀਂ ਅਸੀਂ ਕਣਕ ਦੁਬਾਰਾ ਬੀਜ ਲਾਂਗੇ, ਤੁਸੀਂ ਪਹੁੰਚੋ। ਉਹ ਜਿਹੜਾ ਜਜ਼ਬਾ ਹੈ, ਮੈਂ ਸਮਝਦਾ ਕਿ ਇਹ ਇੱਕ ਬੜੀ ਵੱਡੀ ਪ੍ਰਾਪਤੀ ਇਸ ਸੰਘਰਸ਼ ਦੇ ਰਾਹੀਂ ਹੋਈ ਹੈ ਕਿ ਅੱਜ ਮਹਾਂ ਪੰਜਾਬ ਦੀ ਗੱਲ ਉੱਠ ਰਹੀ ਹੈ। ਰਾਜਸਥਾਨ ਕਹਿ ਰਿਹਾ ਪੰਜਾਬ ਸਾਡਾ ਵੱਡਾ ਭਰਾ ਵਾ, ਰਾਜਸਥਾਨ ਦੇ ਬਸ਼ਿੰਦੇ ਕਹਿ ਰਹੇ ਨੇ ਕਿ ਜੇ ਤੁਸੀਂ ਵੱਖਵਾਦ ਦੀ ਗੱਲ ਕਰਦੇ ਹੋ, ਜੇ ਤੁਸੀਂ ਅੱਤਵਾਦ ਦੀ ਗੱਲ ਕਰਦੇ ਹੋ, ਤੇ ਅਸੀਂ ਵੀ ਉਹ ਹੱਕ ਮੰਗਣਾ, ਜੇ ਵੱਖਵਾਦੀ ਅੱਤਵਾਦੀ ਆ ਜਾਂ ਖਾਲਿਸਤਾਨੀ ਆ, ਤੇ ਅਸੀਂ ਵੀ ਖਾਲਿਸਤਾਨੀ ਆ, ਕੇਰਲ ਵਾਲਾ ਵੀ ਖਾਲਿਸਤਾਨੀ ਆ, ਰਾਜਸਥਾਨ ਵਾਲਾ ਵੀ ਹੈ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉੱਠ ਕਰਕੇ ਆਈਆਂ ਨੇ, ਮੈਂ ਸਮਝਦਾ ਇਸ ਸੰਘਰਸ਼ ਦੇ ਵਿੱਚੋਂ ਇਹਨੇ ਉਹ ਪਿਕਚਰ ਨੂੰ ਬਹੁਤ ਕਲੀਅਰ ਕੀਤਾ ਜਿਸ ਦੇ ਬਾਰੇ ਅੱਜ ਅਸੀਂ ਗੱਲ ਕਰਦੇ ਪਏ ਹਾਂ। ਸਾਡੇ ਨਾਲ ਡਾਕਟਰ ਚਰਨਕਮਲ ਸਿੰਘ ਜੀ ਮੌਜੂਦ ਨੇ, ਜੋ ਕਿ ਪ੍ਰੋਫੈਸਰ ਨੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਿੱਚ ਲੁਧਿਆਣਾ ਵਿਖੇ, ਹੈਡ ਆਫ ਦੀ ਡਿਪਾਰਟਮੈਂਟ ਨੇ, ਤੇ ਖਾਸ ਤੌਰ ਤੇ ਇਹਨਾਂ ਦੇ ਜੀਵਨ ਦੇ ਵਿੱਚ ਜਿਹੜੀ ਵਿਸ਼ੇਸ਼ਤਾ ਹੈ ਕਿ ਗੁਰਸਿੱਖੀ ਦੇ ਨਾਲ ਪਰਨਾਏ ਹੋਏ ਨੇ, ਤੇ ਇੱਕ ਜਜ਼ਬਾ ਹੈ ਕਿ ਗੁਰਸਿੱਖੀ ਨੂੰ ਹੋਰ ਪ੍ਰਫੁੱਲਤ ਕਿਵੇਂ ਕੀਤਾ ਜਾਏ। ਸੋ ਸਮੇਂ-ਸਮੇਂ ਤੇ ਅਸੀਂ ਇਹਨਾਂ ਦੇ ਨਾਲ ਵਿਚਾਰਾਂ ਕਰਦੇ ਹਾਂ। ਇਸ਼ਮੀਤ ਮਿਊਜ਼ਿਕ ਜਿਹੜੀ ਅਕੈਡਮੀ ਹੈ ਉਹਦੇ ਵੀ ਡਾਇਰੈਕਟਰ ਨੇ। ਸੋ ਬਹੁਤ ਸਾਰੀਆਂ ਹੋਰ ਜ਼ਿੰਮੇਵਾਰੀਆਂ ਨੇ, ਪਰ ਜਿਹੜੇ ਅੰਦਰ ਜਿਹੜੀ ਗੱਲ ਹੈ ਸਿੱਖੀ ਜਜ਼ਬੇ ਵਾਲੀ, ਉਹ ਭਰਪੂਰ ਹੈ। ਸੋ ਡਾਕਟਰ ਸਾਹਿਬ, ਅਸੀਂ ਗੱਲ ਕਰ ਰਹੇ ਸੀ ਕਿ ਇਸ ਸੰਘਰਸ਼ ਨੇ ਸਾਡੇ ਕੋਲੋਂ ਬਹੁਤ ਕੀਮਤੀ ਜਾਨਾਂ ਲਈਆਂ, ਸਾਡੇ ਬਹੁਤ ਸਾਰੇ ਬਜ਼ੁਰਗ ਨੌਜਵਾਨ, ਇੱਕ ਬੀਬੀ ਸੀ, ਉਹ ਚੜ੍ਹਾਈ ਕਰ ਗਏ ਨੇ ਇਸ ਸੰਘਰਸ਼ ਦੇ ਦੌਰਾਨ। ਅਸੀਂ ਉਹਨਾਂ ਦੀ ਉਸ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਸੰਘਰਸ਼ ਦੇ ਲੇਖੇ ਆਪਣੀ ਜ਼ਿੰਦਗੀ ਲਗਾਈ ਹੈ। ਉਹਨਾਂ ਦੇ ਵਾਸਤੇ ਜਿੱਥੇ ਪੰਥ ਚਾਰਾਜੋਈ ਕਰੇਗਾ ਉਹਨਾਂ ਦੇ ਪਰਿਵਾਰ ਨੂੰ ਹੋਰ ਤਰਵਾਸ ਦੇਣ ਦੀ, ਪਰ ਉਹਦੇ ਨਾਲ ਹੀ ਨਾਲ ਮੈਂ ਸਮਝਦਾ ਕਿ ਇਸ ਸੰਘਰਸ਼ ਨੇ ਜੋ ਸਾਨੂੰ ਦਿੱਤਾ ਹੈ, ਅੱਜ ਅਸੀਂ ਉਹਦੇ ਉੱਤੇ ਗੱਲ ਕਰ ਰਹੇ ਹਾਂ। ਸੋ ਡਾਕਟਰ ਸਾਹਿਬ, ਤੁਸੀਂ ਗੱਲ ਕਰ ਰਹੇ ਸੀ ਕਿ ਪੂਰੇ ਇੰਡੀਆ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਇਹ ਜਿਹੜੀ ਗੱਲ ਜਿੱਥੇ ਫੈਲੀ, ਉੱਥੇ ਇੰਟਰਨੈਸ਼ਨਲ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਉੱਤੇ ਇਹਦਾ ਇੰਪੈਕਟ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ। ਜੀ ਵੀਰ ਜੀ, ਗੁਰਪ੍ਰੀਤ ਸਿੰਘ ਜੀ, ਆਪ ਜੀ ਨੇ ਸਿਜਦਾ ਕੀਤਾ ਉਹਨਾਂ ਪ੍ਰਾਣੀਆਂ ਨੂੰ ਜਿਨ੍ਹਾਂ ਨੇ ਇਸ ਸੰਘਰਸ਼ ਵਿੱਚ ਆਪਣੀਆਂ ਉਹਨਾਂ ਦੇ ਆਖਰੀ ਸਾਹ ਉੱਥੇ ਆਏ। ਬਹੁਤ ਇਹ ਇੱਕ ਸਮਰਪਣ ਵਾਲੀ ਪਰਿਵਾਰਕ ਤੌਰ ਤੇ ਜੀਆਂ ਨੇ ਉੱਥੇ ਜਾ ਕੇ ਆਪਣੇ ਆਪ ਨੂੰ ਇਸ ਸੰਘਰਸ਼ ਵਿੱਚ ਮਨ ਤਨ ਨਾਲ ਝੋਕਿਆ ਹੈ। ਔਰ ਮੈਂ ਇਸ ਤੋਂ ਹੋਰ ਸੋਚਦਾ ਕਿ ਪੰਜ ਭੂਤਕ ਸਰੀਰ ਦਾ ਤੇ ਮਰਨ ਹੋਇਆ ਹੈ ਇਸ ਤਰ੍ਹਾਂ, ਪਰ ਉਸ ਤੋਂ ਵੀ ਵਧੇਰੇ
ਜਿਹੜਾ ਜਿਸ ਤਰ੍ਹਾਂ ਦਾ ਮਨ ਕਰਕੇ ਜੀਵਤਿਆਂ ਮਰ ਰਹੀ ਹੈ ਵਾਲੀ ਜਿਹੜੀ ਇਹ ਜੋ ਪਰਿਵਰਤਨ ਅਸੀਂ ਨੌਜਵਾਨਾਂ 'ਚ ਦੇਖ ਰਹੇ ਹਾਂ, ਔਰ ਇਸ ਨੂੰ ਆਪਣੇ ਮਨਾਂ ਤੇ ਕਿਵੇਂ ਕਾਬੂ ਕਰਕੇ, ਇਹ ਵੀ ਇੱਕ ਮਰਨ ਹੈ। ਇਸ ਨੂੰ ਬਹੁਤ ਅਹਿਮੀਅਤ ਹੈ ਕਿ ਜਿਉਂਦੇ ਜੀ ਆਪਣੇ ਆਪ ਨੂੰ, ਆਪਣੀਆਂ ਇੱਛਾਵਾਂ ਨੂੰ, ਆਪਣੇ ਵਲਵਲਿਆਂ ਨੂੰ, ਉਹਨਾਂ ਨੂੰ ਮਾਰ ਕੇ ਤੇ ਇਸ ਤਰ੍ਹਾਂ ਤੁਸੀਂ ਸਹਿਜ ਔਰ ਆਨੰਦ 'ਚ ਆ ਜਾਓ। ਤੇ ਇਹ ਉੱਥੇ ਜਿਹੜੇ ਵੀਰ ਜਿਹੜੇ ਕਰ ਰਹੇ ਨੇ, ਉਹਨਾਂ ਨੇ ਬਹੁਤ ਇਹ ਭਾਰੀ ਇਸ ਨੂੰ, ਇਸ ਮਰਨ ਨੂੰ, ਇਸ ਅਧਿਆਤਮਕ ਮਰਨ ਨੂੰ ਦਾ ਆਨੰਦ ਪਹੁੰਚਿਆ ਤੇ ਉਸ ਦੇ ਵੰਡਿਆ ਹੈ। ਉਸ ਲੰਗਰ ਚੋਂ ਅਸੀਂ ਸਰਸ਼ਾਰ ਹੋ ਰਹੇ ਹਾਂ। ਇਹ ਬਹੁਤ ਭਾਰੀ, ਪਰ ਉਹਨਾਂ ਦਾ ਕਿ ਅਸੀਂ ਨਤਮਸਤਕ ਹਾਂ ਜਿਨ੍ਹਾਂ ਨੇ ਇਸ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਆਪਣੇ ਆਪ ਆਪਣੇ ਉੱਥੇ ਸਵਾਸ ਤਿਆਗੇ ਨੇ। ਔਰ ਇਸ ਸਾਰੀ ਸਮੁੱਚਤਮ ਜਿਹੜਾ ਇਹਦੇ 'ਚ ਉਹਨਾਂ ਦਾ ਤਨੋ ਮਨੋ ਇਨਵੋਲਵਮੈਂਟ ਹੈ, ਉਹਨਾਂ ਦੇ ਸਮਰਪਣ ਹੈ, ਇਸ ਨੂੰ ਹੀ ਨਤਮਸਤਕ ਹੁੰਦਿਆਂ ਦੁਨੀਆ ਭਰ ਦੀਆਂ ਪਾਰਲੀਮੈਂਟ, ਅਸੈਂਬਲੀਆਂ ਇਹ ਅੱਗੇ ਆ ਰਹੀਆਂ ਨੇ ਤੇ ਉਹ ਇਹਨਾਂ ਦੇ ਪਰਥਾਏ, ਇਹਨਾਂ ਨੂੰ ਸਪੋਰਟ ਵਿੱਚ, ਇਹਨਾਂ ਦੀ ਮੋਰਲ ਸਪੋਰਟ ਕਰ ਰਹੀਆਂ। ਔਰ ਉੱਥੋਂ ਦੇ NRI ਭਰਾ ਜਿਹੜੇ ਨੇ, ਉਹ ਉੱਥੋਂ ਇੰਨਾ ਪਤਾ ਲੱਗਦਾ ਇੰਨੇ ਬਦਾਮ ਉੱਥੋਂ ਆ ਗਏ, ਇੱਥੇ ਇੰਨੇ ਖਾਲਸਾ ਏਡ ਜਿੱਥੇ ਹਰ ਜਗ੍ਹਾ ਪਹੁੰਚਦੀ ਹੈ, ਤੇ ਉਹਨਾਂ ਨੇ ਬਿਸਤਰਿਆਂ ਦਾ ਅਰੇਂਜਮੈਂਟ ਕੀਤਾ। ਭਾਵੇਂ ਉਹ ਓਪਨ 'ਚ ਨੇ, ਪਰ ਉਹਨਾਂ ਦੇ ਇੱਕੋ ਜਿਹੇ ਸੋਹਣੇ ਬਿਸਤਰੇ, ਸਰਾਣੇ, ਕੰਬਲ, ਤੇ ਇਹ ਸਾਰਾ ਕੁਛ, ਇਹ ਤਿਲ ਫੁੱਲ ਸਾਰਿਆਂ ਨੇ ਉਹਦੇ 'ਚ ਯੋਗਦਾਨ। ਅੱਛਾ, ਉਹਨਾਂ ਨੂੰ ਅਸੀਂ ਯਾਦ ਕਰ ਸਕਦੇ ਹਾਂ ਜਿਹੜੇ ਹੁਣ ਕਰ ਰਹੇ ਨੇ। ਉਹ ਦੇਖੋ ਸਪੋਰਟਸ ਦੇ ਫੀਲਡ ਵਿੱਚ ਜਿਨ੍ਹਾਂ ਨੇ ਮਾਣ, ਕਿੰਨੀ ਮਿਹਨਤ ਨਾਲ ਇਹ ਮਿਲਿਆ ਉਹਨਾਂ ਨੂੰ, ਇਕੱਤਰ ਹੋਇਆ ਉਹਨਾਂ ਕੋਲ, ਉਹਨਾਂ ਨੇ ਇਕੱਠਾ ਕੀਤਾ ਉਹਨਾਂ ਨੂੰ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੇ ਉਹਨਾਂ ਨੇ ਇਸ ਘੜੀ ਤੇ ਇਸ ਨੂੰ ਮਹਿਸੂਸ ਕਰਦਿਆਂ ਹੋਇਆਂ ਕਿ ਇਹ ਕੀ ਹੋ ਰਿਹਾ, ਤੇ ਉਹਦੇ 'ਚ ਉਹਨਾਂ ਨੇ ਆਪਣੇ ਜਿਹੜੇ ਉਹ ਮਾਣ, ਉਹਨਾਂ ਨੂੰ ਸਨਮਾਨ ਸੀਗੇ ਜਿਹੜੇ ਉਹਨਾਂ ਨੇ, ਕਿੰਨਾ ਭਾਰੀ ਇਹ ਹਰ ਪੱਖੋਂ ਹੋਇਆ। ਇਹ ਦੇਖੋ, ਇਹ ਸਪੋਰਟਸ ਵਾਲਿਆਂ ਨੇ ਵੀ ਕੀਤੇ, ਸਾਇੰਸਦਾਨ ਜਿਹੜੇ ਨੇ ਉਹਦੇ 'ਚ ਮੈਂ ਜ਼ਿਕਰ ਕਰਨਾ ਚਾਹਾਂ ਕਿ ਸਾਡੀ ਯੂਨੀਵਰਸਿਟੀ ਦੇ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਰੇ ਪਿਆਰੇ ਵੀਰ ਨੇ ਡਾਕਟਰ ਵਰਿੰਦਰਪਾਲ ਸਿੰਘ, ਉਹਨਾਂ ਨੂੰ ਲੱਖ ਰੁਪਏ ਦੀ ਬਾਤ ਨਹੀਂ ਹੈ, ਰੁਪਈਆਂ ਤੋਂ ਵੱਧ ਜਿਹੜਾ ਉਹ ਬਹੁਤ ਭਾਰੀ ਮੁਕਾਮ ਤੇ ਗਵਰਨਮੈਂਟ ਵੱਲੋਂ ਇਹ ਮਿਲਿਆ, ਤੇ ਉਹਨਾਂ ਨੇ ਸ਼ੁਕਰੀਆ ਤਾਂ ਅਦਾ ਕੀਤਾ, ਪਰ ਇਹ ਕਿਹਾ ਵੀ ਗਵਰਨਮੈਂਟ ਦਾ ਮੇਰੇ ਕਿਸਾਨਾਂ ਦੇ ਪਰਥਾਏ ਇਹ ਨਹੀਂ ਹੈ। ਤੇ ਮੈਂ ਜਿਵੇਂ ਉਹਨੇ ਰੋਟੀ ਛੱਡੀ ਕਿਸਾਨ ਨੇ ਕਿ ਮੈਂ ਤੁਹਾਡੇ ਤੋਂ ਨਹੀਂ ਖਾ ਸਕਦਾ, ਉਹ ਡਾਕਟਰ ਵੀਰ ਨੇ ਇਹ ਕਿਹਾ ਵੀ ਮੈਂ ਤੁਹਾਡੇ ਤੋਂ ਸਨਮਾਨ, ਤੁਹਾਡਾ ਇਹ ਤੁਹਾਡੇ ਲੱਖ ਰੁਪਏ ਮੈਂ ਨਹੀਂ ਰੱਖ ਸਕਦਾ, ਇਹ ਨਾ ਮੈਂ ਤੁਹਾਡਾ। ਸੋ ਬਿਲਕੁਲ ਇਹ ਬੜੀ ਵੱਡੀਆਂ ਪ੍ਰਾਪਤੀਆਂ ਨੇ ਮੈਂ ਸਮਝਦਾ ਇਸ ਸੰਘਰਸ਼ ਦੀਆਂ। ਡਾਕਟਰ ਵਰਿੰਦਰਪਾਲ ਸਿੰਘ, ਉਹਨਾਂ ਨੇ ਆਪਣੇ ਤੌਰ ਤੇ ਇਹ ਸਾਰੀ ਜਿਹੜੀ ਘਟਨਾ ਨੂੰ, ਇਹ ਸਾਰੇ ਜਿਹੜੇ ਅੰਜਾਮ ਦਿੱਤਾ, ਜਿਸ ਢੰਗ ਦੇ ਨਾਲ ਉਹਨਾਂ ਨੇ ਸਟੇਜ ਦੇ ਉੱਪਰ ਜਾ ਕਰਕੇ ਤੇ ਇੱਕ ਬੜੇ ਵਧੀਆ ਢੰਗ ਦੇ ਨਾਲ ਕੀਤਾ। ਸਤਿਕਾਰਯੋਗ ਸੁਰਜੀਤ ਪਾਤਰ ਜੀ, ਜਿਨ੍ਹਾਂ ਨੇ ਆਪਣਾ ਰਾਸ਼ਟਰੀ ਜਿਸ ਮੁਕਾਮ ਨੂੰ ਪਹੁੰਚਣ ਤੇ, ਕਿਤੇ ਪਦਮ ਸ਼੍ਰੀ, ਕਿਤੇ ਪਦਮ ਵਿਭੂਸ਼ਣ, ਕਿਤੇ ਸਨਮਾਨ ਇਸ ਤਰ੍ਹਾਂ ਮਿਲ ਜਾਂਦੇ ਨੇ, ਤੇ ਉਹਨਾਂ ਉਸ ਨੂੰ ਕਹਿਣਾ ਕਿ ਮੈਨੂੰ ਨਹੀਂ ਚਾਹੀਦਾ। ਤੇ ਮੇਰੀ ਸੰਤ ਬਾਬਾ ਸੇਵਾ ਸਿੰਘ ਜੀ ਜਿਹੜੇ ਨੇ ਖਡੂਰ ਸਾਹਿਬ ਵਾਲੇ, ਉਹਨਾਂ ਨੇ ਪਦਮ ਸ਼੍ਰੀ ਵਾਪਸ ਕੀਤਾ। ਉਸ ਤੋਂ ਬਾਅਦ ਸੁਰਜੀਤ ਪਾਤਰ ਜੀ ਦੀ ਤੁਸੀਂ ਗੱਲ ਕਰਦੇ ਹੋ, ਹੋਰ ਬਹੁਤ ਸਾਰੇ ਖਿਡਾਰੀਆਂ ਨੇ ਅਰਜੁਨ ਅਵਾਰਡ ਜਿਹੜੇ ਨੇ ਉਹ ਬਾਕਸਿੰਗ ਦੇ ਜਿਹੜੇ ਕੋਚ ਸੀ ਉਹਨਾਂ ਨੇ ਵਾਪਸ ਕੀਤਾ ਹੈ। ਬਹੁਤ ਸਾਰੇ ਪਲੇਅਰ ਜਿਹੜੇ ਨੇ ਉਹਨਾਂ ਨੇ, ਕਰਤਾਰ ਸਿੰਘ ਪਹਿਲਵਾਨ, ਉਹਨਾਂ ਨੇ ਪੰਜਾਬੀਅਤ ਦਾ ਸੁਨੇਹਾ ਦਿੱਤਾ ਹੈ। ਸਾਡੇ ਪ੍ਰਗਟ ਸਿੰਘ ਹਾਕੀ ਦੇ ਕੈਪਟਨ ਰਹੇ, ਉਹਨਾਂ ਨੇ ਇਹ ਪੰਜਾਬੀਅਤ ਦਾ ਸਬੂਤ ਦਿੱਤਾ ਹੈ। ਸੋ ਇਹ ਸਾਰਾ ਮੈਂ ਸਮਝਦਾ ਕਿ ਇੱਕ ਪੂਰਾ ਵੇਗ, ਜਿਹਨੂੰ ਇੱਕ ਸਿਵਲ ਮੂਵਮੈਂਟ ਆਪਾਂ ਕਹਿ ਸਕਦੇ ਹਾਂ, ਕਿ ਜਿਹੜੀ ਕਿ ਸ਼ਾਇਦ ਇਸ ਤੋਂ ਪਹਿਲਾਂ ਸ਼ਾਇਦ ਦੁਨੀਆ ਦੇ ਵਿੱਚ ਐਡਾ ਵੱਡਾ ਸੰਘਰਸ਼ ਇਸ ਢੰਗ ਦਾ ਨਹੀਂ ਹੋਇਆ ਜਿਸ ਢੰਗ ਦਾ ਇੱਥੇ ਚੱਲਦਾ ਪਿਆ। ਜੀ ਡਾਕਟਰ ਸਾਹਿਬ। ਔਰ ਜਦੋਂ ਇਸ ਤਰ੍ਹਾਂ ਦਾ ਕਿਰਦਾਰ ਹੋਏ ਤਾਂ ਫਿਰ ਉੱਥੇ ਇਹ ਗੱਲ ਹੁੰਦੀ, ਜਦੋਂ ਤੁਸੀਂ ਉਹਨਾਂ ਨਾਲ ਬੈਠ ਕੇ ਵੀ ਦੇਖ ਲਿਆ ਵੀ ਇਹ ਕਿੱਥੇ ਕਿੰਨਾ ਕੁ ਖੜਦੇ ਨੇ, ਕਿੰਨਾ ਕੁ
ਕਿਸ ਗੱਲ ਤੇ ਇਹ ਗਿਰ ਸਕਦੇ ਨੇ, ਕਿਸ ਗੱਲ ਤੋਂ ਇਹ ਥੋੜੇ ਹਟ ਸਕਦੇ ਨੇ। ਜਿਹੜਾ ਏਕਾ ਹੈ ਕਿ ਜੇ 35 ਬੰਦੇ ਘਰ ਦੇ 5 ਬੰਦੇ ਨਹੀਂ ਇੱਕ ਪਾਸੇ ਚੱਲਦੇ, ਤੇ 35 ਜਥੇਬੰਦੀਆਂ ਦੇ ਵੱਖ-ਵੱਖ ਜਿਹੜੇ ਨੁਮਾਇੰਦੇ ਨੇ ਉਹ ਇਕੱਠੇ ਬੈਠ ਕੇ ਇੱਕ ਰਸਤੇ ਤੇ ਤੁਰਨ ਤੇ ਇੱਕੋ ਪਾਸੇ ਚੱਲਣ, ਤੇ ਕਿੰਨੇ ਤਰ੍ਹਾਂ ਦੇ ਵਰਗਲਾਵੇ ਹੁੰਦੇ ਨੇ, ਕਈ ਤਰ੍ਹਾਂ ਦੀਆਂ ਲਾਲਚ ਹੁੰਦੇ ਨੇ, ਕਈ ਤਰ੍ਹਾਂ ਦੀਆਂ ਸ਼ੋਹਰਤਾਂ ਮਿਲ ਸਕਦੀਆਂ, ਕਈ ਤਰ੍ਹਾਂ ਦਾ ਕੁਝ ਹੋ ਸਕਦਾ, ਪਰ ਇਹ ਸਾਰੇ ਕੁਝ ਨੂੰ ਛੱਡਦਿਆਂ ਹੋਇਆਂ ਇਹ ਸਾਰੇ ਇਹ ਹੁਣ ਸੰਘਰਸ਼ ਵੀ ਕਹਿਣਾ ਇਹਨੂੰ, ਇੰਨਾ ਇਹ ਸ਼ਾਂਤਮਈ ਹੈ, ਇੰਨਾ ਇਹ ਸਹਿਜਮਈ ਹੈ ਕਿ ਇਸ ਨੂੰ ਸੰਘਰਸ਼ ਵੀ ਇਹ ਬੜਾ ਹੀ ਆਨੰਦਮਈ ਸੰਘਰਸ਼। ਉਹ ਆਪਣੇ ਤੌਰ ਤੇ ਆਪਣੇ ਅੰਤਰੀਵ ਚੋਂ ਜਿਵੇਂ ਉਹ ਹੈਗੇ ਨੇ ਉਹ ਉਸੇ ਤਰ੍ਹਾਂ ਆਪਣਾ ਸਿਰ ਵਤੀਰਾ ਦਿਖਾ ਰਹੇ ਨੇ, ਤੇ ਜਿਹੜਾ ਕਿ ਉੱਥੋਂ ਦੇ ਪੱਤਰਕਾਰਾਂ ਨੂੰ, ਉੱਥੋਂ ਦੇ ਬਸ਼ਿੰਦਿਆਂ ਨੂੰ ਇਹ ਬੜਾ ਅਜੂਬਾ ਲੱਗਦਾ ਹੈ। ਇਹ ਅਜੂਬਾ ਜੋ ਉਹਨਾਂ ਨੇ ਆਪਣੇ ਤੇ ਤਨ ਤੇ ਢਾਲ ਕੇ ਇਸ ਨੂੰ ਜਿਹੜਾ ਪ੍ਰਤੱਖ ਕਰਕੇ ਦੁਨੀਆ ਨੂੰ ਦਿਖਾਇਆ ਹੈ, ਇਹੋ ਜਿਹੇ ਵਿਖੜੇ ਹਾਲਾਤਾਂ ਵਿੱਚ ਇਹ ਬਹੁਤ ਇੱਕ ਹਿਸਟਰੀ ਨੂੰ, ਜਿਵੇਂ ਕਹਿੰਦੇ ਡਿਜ਼ਾਈਨ ਯੋਰ ਹਿਸਟਰੀ, ਇਹ ਆਪਣਾ ਭਵਿੱਖ ਨੂੰ ਆਪਣੇ ਇਹਨਾਂ ਕਾਰਜਾਂ ਦੇ ਰਾਹੀਂ, ਆਪਣੇ ਇਹਨਾਂ ਕਰਮਾਂ ਦੇ ਰਾਹੀਂ ਤੇ ਇਹ ਲਿਖਿਆ ਜਾ ਰਿਹਾ ਹੈ। ਬਿਲਕੁਲ ਇਹ ਕਿਰਦਾਰ ਜਿਹੜਾ ਹੈ, ਬਿਲਕੁਲ ਡਾਕਟਰ ਸਾਹਿਬ ਇਹ ਕਿਰਦਾਰ ਪੇਸ਼ ਕੀਤਾ ਹੈ ਨਾ, ਜਿਸ ਢੰਗ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਉਹ ਬਖਸ਼ਿਸ਼ ਜਾਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਪ੍ਰੈਕਟੀਕਲੀ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਠੀਕ ਹੈ, ਸਾਡੇ 'ਚ ਕਮਜ਼ੋਰੀ ਰਹੀ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਉਸ ਸੰਦੇਸ਼ੇ ਨੂੰ, ਉਹਨਾਂ ਦੀ ਉਸ ਸਾਂਝੀ ਵਾਲਤਾ ਨੂੰ ਦੁਨੀਆ ਤੱਕ ਉਸ ਢੰਗ ਨਾਲ ਨਹੀਂ ਪਹੁੰਚਾ ਸਕੇ। ਪਰ ਮੈਂ ਸਮਝਦਾ ਕਿ ਇਸ ਮੂਵਮੈਂਟ ਨੇ, ਇਸ ਸੰਘਰਸ਼ ਨੇ ਸਾਨੂੰ ਇੱਕ ਪਲੇਟਫਾਰਮ ਵੀ ਦਿੱਤਾ, ਇੱਕ ਸਟੇਜ ਦਿੱਤੀ ਕਿ ਜਿੱਥੇ ਦੁਨੀਆ ਸਾਡੇ ਵੱਲ ਵੇਖ ਰਹੀ ਹੈ ਤੇ ਅਸੀਂ ਕੋਈ ਵਿਖਾਵੇ ਦੀ ਗੱਲ ਨਹੀਂ ਕਰਦੇ ਪਏ। ਜੇ ਸਾਡੇ ਬਜ਼ੁਰਗ ਉੱਥੇ ਬੈਠੇ ਨੇ ਜੋ ਟਰੈਕਟਰ ਦੇ ਇੱਕ ਸਾਈਡ ਦੇ ਉੱਤੇ ਰੱਖ ਕੇ ਪ੍ਰਸ਼ਾਦਾ ਰੱਖ ਕੇ ਅਰਦਾਸ ਕਰ ਰਹੇ, ਤੇ ਕੋਈ ਵਿਖਾਵੇ ਵਾਸਤੇ ਨਹੀਂ, ਉਹਦੇ ਅੰਦਰ ਹੀ ਹੈ। ਅਸੀਂ ਸ਼ੁਕਰਾਨਾ ਕਰਕੇ ਪ੍ਰਸ਼ਾਦਾ ਛਕਦੇ ਆ। ਜੇ ਉੱਥੇ ਛੋਟੇ ਛੋਟੇ ਬੱਚਿਆਂ ਨੂੰ ਉੱਥੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਣ ਨੂੰ ਮਿਲ ਰਹੇ, ਜਿਹੜੇ ਸ਼ਾਇਦ ਇੱਕ ਸਮੇਂ ਦੀ ਰੋਟੀ ਵਾਸਤੇ ਵੀ ਤਰਸਦੇ ਸਨ, ਉਹਨਾਂ ਨੂੰ ਇਹ ਸਾਰੇ ਪਕਵਾਨ ਖਾਣ ਨੂੰ ਮਿਲ ਰਹੇ ਨੇ, ਤੇ ਉਹ ਕਹਿੰਦੇ ਨੇ ਕਿ ਇੱਥੇ ਸਰਦਾਰ ਜੀ ਜਿਹੜੇ ਆਏ ਨੇ ਉਹ ਸਾਨੂੰ ਇਹ ਸਾਰਾ ਕੁਝ ਖਵਾ ਰਹੇ ਨੇ। ਸੋ ਇਹ ਮੈਂ ਸਮਝਦਾ ਕਿ ਬੜੀ ਵੱਡੀ ਸਾਡੇ ਵਾਸਤੇ ਇੱਕ ਸਮਾਂ ਬਣਿਆ, ਜਿਸ ਸਮੇਂ ਨੂੰ ਅਸੀਂ ਸਹੀ ਢੰਗ ਦੇ ਨਾਲ ਉਹਦਾ ਇਸਤੇਮਾਲ ਕਰ ਰਹੇ ਹਾਂ, ਕਿ ਦੁਨੀਆ ਸਮਝ ਰਹੀ ਹੈ ਕਿ ਇਹ ਪੰਜਾਬੀ, ਇਹ ਸਿੱਖ, ਜਿਨ੍ਹਾਂ ਨੂੰ ਕਿ ਬੜੀ ਵੱਖਰੀ ਨਿਗਾਹ ਦੇ ਨਾਲ, ਖਾਸ ਤੌਰ ਤੇ ਇੰਡੀਆ ਦੇ ਵਿੱਚ ਇੱਕ ਬਹੁਤ ਕੋਸ਼ਿਸ਼ ਕੀਤੀ ਗਈ ਕਿ ਇਹਨਾਂ ਦੇ ਨਾਲ ਘਿਰਣਾ ਪੈਦਾ ਕਰ ਦਿੱਤੀ ਜਾਏ, ਇਹਨਾਂ ਨੂੰ ਨੀਵਾਂ ਦਿਖਾਇਆ ਜਾਏ, ਇਹ ਨਿਛੇੜੀ ਨੇ, ਇਹ ਵੱਖਵਾਦੀ ਨੇ, ਇਹ ਇੱਦਾਂ ਦੇ ਅਨਸਰ ਨੇ, ਉੱਦਾਂ ਦੇ ਅਨਸਰ ਨੇ। ਪਰ ਕਿੱਦਾਂ ਦੇ ਅਨਸਰ ਨੇ ਹੁਣ ਤਾਂ ਸਾਰੀ ਦੁਨੀਆ ਹੀ ਦੇਖਦੀ ਪਈ ਹੈ। ਜੀ 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 ਔਰ ਜਿਸ ਤਰ੍ਹਾਂ ਦੇ ਹੁਣ ਇਹਨਾਂ ਨੇ ਆਪਣੀ ਉਸ ਅੰਤਰੀਵ 'ਚ ਜਿਹੜੀ ਉਹਨਾਂ ਦੀ ਡੂੰਘਾਈ ਹੈ, ਉਹਦੇ 'ਚ ਉਹਨਾਂ ਨੇ ਇਹ ਚੀਜ਼ ਨੂੰ ਜਦੋਂ ਇਹ ਦੇਖ ਲਿਆ ਕਿ ਇੱਕ ਫੈਸਲਾ ਕਰ ਲਿਆ, ਫੈਸਲਾ ਕਰਨ ਲੱਗਿਆ ਜੇ ਇਹਨਾਂ ਨੇ ਭਾਰਤ ਬੰਦ ਦੀ ਗੱਲ ਹੋਈ। ਦੇਖੋ ਬੰਦ ਜਦੋਂ ਹੁੰਦੇ ਨੇ ਤੇ ਕੋਈ ਆਪਾਂ ਕਈ ਵਾਰ ਦੇਖਦੇ ਹਾਂ ਬੰਦ ਲੋਕ ਕਰਵਾਉਂਦੇ ਨੇ ਤੇ ਕਿਸ ਤਰ੍ਹਾਂ ਲੱਠ ਲੈ ਕੇ ਤੇ ਉਹਦੇ ਪੱਥਰ ਮਾਰੇ ਜਾ ਰਹੇ ਨੇ, ਤੂੰ ਕਿਉਂ ਖੋਲਿਆ, ਤੇ ਕਿੱਥੇ ਇਹ ਕਾਲ ਜਾਣੀ ਕਿ ਮੈਂ ਇਹ ਅਨਾਉਂਸਮੈਂਟ ਹੁੰਦੀ ਆਪਣੀ ਕੰਨਾਂ ਨਾਲ ਸੁਣੀ, ਜਿੱਥੇ ਮੈਂ ਖੜਾ ਉੱਥੇ ਵੀਰੋ ਕੱਲ ਮਤਲਬ ਜਿਹੜਾ ਭਾਵੇਂ ਵੱਡਾ ਦੁਕਾਨਦਾਰ ਹੈ, ਛੋਟਾ ਦੁਕਾਨਦਾਰ ਹੈ, ਇਹ ਸਾਡੇ ਰੇਹੜੀ ਵਾਲਾ ਕਬੀਰ ਹੈ, ਤੇ ਵੀਰੋ ਕੱਲ ਆਪਾਂ ਬੰਦ ਰੱਖਣ ਦਾ ਕਰੀਏ, ਕੱਲ ਤੁਹਾਡੇ ਤੋਂ ਅਸੀਂ ਇਹ ਦੁਆ ਜੋੜ ਕੇ ਬੇਨਤੀ ਕਰਦੇ ਹਾਂ। ਫਿਰ ਅੰਤਰਰਾਸ਼ਟਰੀ ਪੱਧਰ ਤੇ ਇਹ ਗੱਲ ਕਿਹਾ ਜਾਣਾ ਕਿ ਕਿਸੇ ਨੂੰ ਬੰਦ ਕਰਨ ਲਈ ਮਜਬੂਰ ਨਹੀਂ ਕੀਤਾ ਜਾਵੇਗਾ, ਨਹੀਂ ਕੀਤਾ ਜਾਏਗਾ। ਬਿਲਕੁਲ ਇਹ ਬੜੀ ਵੱਡੀ ਗੱਲ ਸੀ ਡਾਕਟਰ ਸਾਹਿਬ, ਬਹੁਤ ਵੱਡੀ ਗੱਲ, ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾਏਗਾ। ਗੱਲ ਇਹ ਹੈ ਕਿ ਬੰਦ ਕਰਨ ਦੀ ਬੇਨਤੀ, ਹੁਕਮ ਨਹੀਂ, ਬੰਦ ਕਰਨ ਦੀ ਬੇਨਤੀ 10 ਤੋਂ 3 ਵਜੇ ਤੱਕ ਸੀ, ਪਰ ਬਹੁਤਾਤ ਜਿਹੜੇ ਬਾਜ਼ਾਰ ਨੇ ਉਹ 3 ਤੋਂ ਬਾਅਦ ਵੀ ਖੁੱਲੇ ਨਹੀਂ, ਔਰ ਉਹਨਾਂ ਨੇ ਆਪਣੇ ਬਾਹਰ ਬੈਨਰ ਆਪਣੇ ਕੋਲ ਬਣਾ ਕੇ ਲਾਤੇ, ਨੋ ਫਾਰਮਰ ਨੋ ਫੂਡ ਫੁੱਲ ਸਪੋਰਟ। ਤੇ ਇਹ ਨਜ਼ਾਰਾ ਜਿਹੜਾ ਹੈ ਇਹ ਕਿਤੇ ਇਸ ਤਰ੍ਹਾਂ ਹੀ ਹੋ ਜਾਂਦਾ ਹੈ। ਇਹ ਬਹੁਤ ਇਹਨਾਂ ਦੀ ਭਾਰੀ ਇਹਨਾਂ ਦੀ ਗੱਲਾਂ ਨੇ, ਔਰ ਉਸੇ ਹਲੀਮੀ ਨਾਲ
ਕਿ ਇਹ ਕਹਿਣਾ ਕਿ ਸਾਨੂੰ ਇਹ ਤੁਹਾਡੀ ਇਹ ਅਸੀਂ ਬੜੀ ਵਾਰ ਗੱਲ ਕਰ ਲਈ, ਇਹਦੇ ਬਾਰੇ ਅਸੀਂ ਹੁਣ ਹੋਰ ਗੱਲ ਨਹੀਂ ਕਰ ਸਕਦੇ, ਇਹਦੇ ਤੇ ਇਹ ਹੁਣ ਡਿਸਕਸ਼ਨ ਦਾ ਵਿਸ਼ਾ ਨਹੀਂ। ਇਹ ਦੇਖੋ, ਇਹ ਗੱਲ ਹੈ ਕਿ ਦਲੀਲ ਨੂੰ ਜ਼ੋਰ ਨਾਲ ਕਹਿਣ ਦੀ ਬਜਾਏ ਦਲੀਲ ਵਿੱਚ ਜ਼ੋਰ ਹੋਣਾ ਚਾਹੀਦਾ। ਦਲੀਲ ਦੇ ਵਿੱਚ ਜ਼ੋਰ ਹੋਣਾ ਚਾਹੀਦਾ। ਤੇ ਜਿਹੜਾ ਇਸ ਵਕਤ ਬੜਾ ਕਲੀਅਰ ਕੱਟ ਵੇਖੋ, ਜਿਹੜੇ 32 ਜਿਹੜੀਆਂ ਐਸੋਸੀਏਸ਼ਨ ਨੇ, ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਡਾਕਟਰ ਸਾਹਿਬ ਨੇ ਹੁਣੇ ਗੱਲ ਕੀਤੀ ਕਿ ਘਰ ਦੇ ਵਿੱਚ 2-3 ਪਰਿਵਾਰ ਹੋਣ ਜਾਂ ਭਰਾ ਹੋਣ, ਕਈ ਵਾਰੀ ਉਹਨਾਂ ਦੀ ਆਪਸ 'ਚ ਰਾਏ ਨਹੀਂ ਰਲਦੀ, ਪਰ ਇਹ 32 ਜਥੇਬੰਦੀਆਂ ਵੱਖੋ-ਵੱਖ ਵਿਚਾਰਧਾਰਾ ਦੀਆਂ ਵੀ ਨੇ, ਅਲੱਗ-ਅਲੱਗ ਇਹਨਾਂ ਦੇ ਸੋਚ ਦੇ ਢੰਗ ਵੀ ਹੋਣਗੇ, ਪਰ ਇੱਕ ਮਨਸ਼ਾ ਜਿਹੜੀ ਹੈ, ਇੱਕ ਟੀਚਾ ਜਿਹੜਾ ਹੈ ਉਹ ਇੱਕ ਹੈ ਕਿ ਇਹ ਜਿਹੜੇ 3 ਕਾਨੂੰਨ ਨੇ ਇਹਨਾਂ ਨੂੰ ਵਾਪਸ ਕਰਾਉਣਾ ਹੈ। ਉਹਦੇ ਵਾਸਤੇ ਇੱਕੋ ਹੀ ਸਵਾਲ ਕੀਤਾ ਜਾ ਰਿਹਾ, ਹਾਂ ਜਾਂ ਨਾ, ਯੈਸ ਔਰ ਨੋ। ਇੱਥੋਂ ਤੱਕ ਪਹੁੰਚ ਜਾਣਾ ਇਹ ਬੜੀ ਵੱਡੀ ਗੱਲ ਹੈ ਜੀ। ਵਤੀਰੇ ਵਿਹਾਰ ਦੇ ਨਾਲ, ਜਿਸ ਤਰ੍ਹਾਂ ਦੀ ਇਹਨਾਂ ਨੇ ਹਲੀਮੀ ਵਾਲੀ ਅਪਰੋਚ ਦੇ ਨਾਲ ਬੁਛਾਣਾ ਨੂੰ ਸਹਾਰਿਆ, ਆਂਸੂ ਗੈਸ ਦੇ ਗੋਲਿਆਂ ਨੂੰ ਸਹਾਰਿਆ, ਉੱਥੇ ਸ਼ੰਭੂ ਬਾਰਡਰ ਨੂੰ ਸਹਾਰਿਆ, ਉਸ ਤਰ੍ਹਾਂ ਜਿਹੜਾ ਅਗਲਾ ਪ੍ਰੋਗਰਾਮ ਜਿਹੜਾ ਕਿਸਾਨੀ ਵੱਲੋਂ ਤੈਅ ਕੀਤਾ ਗਿਆ ਹੈ ਕਿ ਜੇ ਕੱਲ ਨੂੰ ਮਾਲਸ ਦਾ ਬਾਈਕਾਟ ਕਰਨਾ ਹੈ ਤੇ ਉਸ ਨੂੰ ਕਿਵੇਂ ਹਲੀਮੀ ਦੇ ਨਾਲ ਲਾਗੂ ਹੁੰਦਾ ਹੈ, ਕਿਸ ਤਰ੍ਹਾਂ ਉਸ ਔਰਾ ਦਾ ਇੰਪੈਕਟ ਜਦੋਂ ਆਉਣਾ ਹੈ, ਉਸ ਪਿਆਰ ਦੇ ਨਾਲ, ਉਸ ਦੇ ਉਹ ਅੱਗੋਂ ਉਹਨਾਂ ਨੇ ਕਹਿਣਾ ਇਹ ਕਿਸ ਤਰ੍ਹਾਂ ਅੱਗੋਂ ਹੋਰ ਅੱਛਾ ਨਿਵੇਂ ਸੋ ਗੌਰਾ ਹੋਏ ਕਿ ਜਿਹੋ ਜਿਹੇ ਜਦੋਂ ਹਾਲਾਤ ਹੋਰ ਵਿਖੜੇ ਹੋ ਜਾਣ ਤੇ ਹਲੀਮੀ ਹੋਰ ਵਧਣੀ ਚਾਹੀਦੀ, ਹੋਰ ਵਧੇ ਜੀ। ਅਸੀਂ ਮਹਿਸੂਸ ਕਰ ਸਕਦੇ ਹਾਂ ਇਸ ਗੱਲ ਦੀ ਤਵੱਕੋ ਹੋ ਗਈ ਹੈ ਸਾਰਿਆਂ ਨੂੰ ਵੀ ਇਹ ਤਾਂ ਨਿਰਮਲਤਾ ਦੇ ਨਾਲ ਅੱਗੇ ਸਾਰੇ ਦੇਖੋ, ਜਦੋਂ ਸਿਪਾਹੀ ਨਿਰਮਲ ਹੁੰਦਾ ਹੈ ਉਸ ਨਿਰਮਲਤਾ ਦੀ ਵੈਲਿਊ ਹੁੰਦੀ ਹੈ। ਤੋ ਜਿਹੜਾ ਇਹਨਾਂ ਨੇ ਸਾਰਾ ਬੜਾ ਸੋਚ ਸਮਝ ਕੇ ਇਹ ਜੋ ਪਲਾਨ ਕੀਤਾ ਹੈ, ਇਹਦੇ ਚ ਮੁਜ਼ਾਹਰੇ ਵੀ ਨੇ, ਉਸੇ ਪਿਆਰ ਨਾਲ ਜੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਮੁਜ਼ਾਹਰੇ ਕਰਨੇ ਨੇ, ਉਹਦੇ ਚ ਰੋਸ ਪ੍ਰਦਰਸ਼ਨ ਵੀ ਹੋਣੇ ਨੇ। ਤਾਂ ਉਸ ਪ੍ਰਦਰਸ਼ਨ ਦਾ ਅਸੀਂ ਨਜ਼ਾਰਾ ਹੁਣ ਤੱਕ ਵੀ ਦੇਖ ਚੁੱਕੇ ਹਾਂ ਤੇ ਇਸ ਤਰ੍ਹਾਂ ਹੀ ਪਿਆਰ ਵਾਲਾ ਤੇ ਹਲੀਮੀ ਵਾਲਾ ਇਹ ਪ੍ਰਦਰਸ਼ਨ ਇਹ ਜਾਰੀ ਰਹੇਗਾ। ਨੈਸ਼ਨਲ ਹਾਈਵੇ ਜਿੱਥੇ ਜਿੱਥੇ ਹੁਣ ਵੀ ਰੁਕੇ ਨੇ ਤੇ ਇਹ ਟੋਕਨ ਅੱਗੋਂ ਵੀ ਚੱਲਦਾ ਰਹਿਣਾ ਹੈ। ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਜੋ ਸਮਤ ਬਖਸ਼ੇ ਸੱਚੇ ਪਾਤਸ਼ਾਹ, ਉਹ ਉਹਨਾਂ ਨੂੰ ਜਿਨ੍ਹਾਂ ਨੂੰ ਕਿਸਾਨੀ ਦਾ ਘੱਟ ਪਤਾ ਹੈ, ਪਰ ਉਹਨਾਂ ਦੇ ਕੋਲ ਉਹਨਾਂ ਦੀ ਝੋਲੀ ਵਿੱਚ ਕਿਸਾਨੀ ਦੇ ਪ੍ਰਥਾਏ ਫੈਸਲੇ ਲੈਣ ਦਾ ਅਧਿਕਾਰ ਉਹਨਾਂ ਨੂੰ ਵਡੇਰਾ ਮਿਲਿਆ ਹੈ। ਤਾਂ ਇਸ ਕਰਕੇ ਉਹ ਇਹ ਜ਼ਰੂਰੀ ਹੈ ਕਿ ਇਸ ਦੇ ਵਿੱਚ ਸਾਰਿਆਂ ਨੂੰ ਜਿਹੜੀ ਹੈ ਬਿਲਕੁਲ ਉਹਨਾਂ ਨੂੰ ਵੀ ਮਹਾਰਾਜ, ਮੈਂ ਸਮਝਦਾ ਦੁਨੀਆ ਕਹਿ ਰਹੀ ਵੀ ਉਹਨਾਂ ਨੂੰ ਵੀ ਅਕਲ ਦੇ ਮਾਲਕ, ਜੀ ਬਿਲਕੁਲ, ਕਿਉਂਕਿ ਜਿਹੜੇ ਔਰੰਗਜ਼ੇਬ ਵਾਲੀ ਨੀਤੀ ਤੇ ਚੱਲ ਕਰਕੇ ਕਿਸੇ ਵੀ ਮੁਲਕ ਦੀ ਤਰੱਕੀ ਨਹੀਂ ਹੋ ਸਕਦੀ। ਵੰਡ ਕੇ ਤੇ ਕਿਸੇ ਨੂੰ ਦਬਾ ਕੇ ਇਹ ਸਾਰਾ ਕੁਝ ਨਹੀਂ ਹੋ ਸਕਦਾ। ਇਹ ਤਾਂ ਖੁਸ਼ਹਾਲੀ ਦਾ ਪ੍ਰਤੀਕ ਹੈ। ਪੰਜਾਬ ਤਾਂ ਵੈਸੇ ਖੁਸ਼ਹਾਲੀ ਦਾ ਪ੍ਰਤੀਕ ਹੈ ਤੇ ਇਹਦੀ ਖੁਸ਼ਹਾਲੀ ਸ਼ਾਇਦ ਕਿਸ ਨੂੰ ਪਚਦੀ ਨਹੀਂ ਸੀ ਪਈ, ਜਾਂ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਇਹਨੂੰ ਕਾਬੂ ਕਰ ਲਵਾਂਗੇ, ਇੱਥੋਂ ਦੀ ਜਿਹੜੀ ਜ਼ਰਖੇਜ਼ ਜ਼ਮੀਨ ਹੈ, ਇੱਥੋਂ ਦਾ ਪਾਣੀ ਜਿਹੜਾ ਉਹ ਕਿਸੇ ਢੰਗ ਨਾਲ ਸਾਡੇ ਹੱਥਾਂ 'ਚ ਆ ਜੇ, ਪਰ ਐਸਾ ਹੋਇਆ ਨਹੀਂ। ਮੈਂ ਸਮਝਦਾ ਕਿ ਜਿਨ੍ਹਾਂ ਨੇ ਕੋਈ ਕਿਸੇ ਵੀ ਕਾਰਨ ਵਾਸਤੇ ਸਾਰੇ ਫੈਸਲੇ ਲਏ ਨੇ, ਸੋ ਸਿਕੰਦਰ ਨੇ ਸਾਰੀ ਦੁਨੀਆ ਨੂੰ ਜਿੱਤਿਆ ਸੀ, ਪਰ ਇੱਥੇ ਆ ਕੇ ਫਿਰ ਉਹਦਾ ਜਦੋਂ ਪੰਜਾਬੀਆਂ ਨਾਲ ਟੱਕਰਾ ਹੋਇਆ ਤੇ ਪਰ ਉਸ ਤੋਂ ਫਿਰ ਅੱਗੇ ਨਹੀਂ ਤੁਰ ਸਕਿਆ। ਸੋ ਇਹ ਪੰਜਾਬੀਆਂ ਨੂੰ ਮੈਂ ਸਮਝਦਾ ਇਹ ਸਾਡੇ ਖੂਨ 'ਚ, ਸਾਡੇ ਤੇ ਗੁਰੂ ਕਲਗੀਧਰ ਦਾ ਥਾਪੜਾ ਕਹਿ ਸਕਦੇ ਹਾਂ ਜੀ। ਇਹ ਆਪਣਾ ਬਹੁਤ ਸੁਚੱਜੀ ਇਹਦੀ ਮੈਨੇਜਮੈਂਟ ਹੋ ਰਹੀ ਹੈ। ਇੱਕ ਮੈਂ ਕਿਉਂਕਿ ਕਿਸਾਨੀ ਦੀ ਗੱਲ ਚੱਲ ਰਹੀ ਹੈ, ਪੰਜਾਬ ਦੀ ਗੱਲ ਚੱਲ ਰਹੀ ਹੈ, ਤਾਂ ਇੱਕ ਹੋਰ ਭਵਿੱਖਮਈ ਆਪ ਜੀ ਦੇ ਨਾਲ ਵਿਚਾਰ ਵੀ ਨਾਲ ਮੈਂ ਕਰਨਾ ਚਾਹੁੰਦਾ ਕਿ ਉਹ ਹੈ ਕਿ ਸਾਡਾ ਅਸਲ ਜਿਹੜਾ ਸਾਨੂੰ ਮੁੱਦਾ ਵੀ ਸਾਡੇ ਕੋਲ ਹੈ, ਔਰ ਅਸਲ ਜੋ ਸਾਡੇ ਸਾਹਮਣੇ ਹਾਲਾਤ ਵੀ ਨੇ, ਉਹ ਸਾਡੇ ਸਾਹਮਣੇ ਦਰਪੇਸ਼ ਜੋ ਅਸਲ ਚੁਣੌਤੀ ਹੈ ਉਹ ਹੈ ਪੰਜਾਬ ਦੇ ਪਾਣੀ ਦੀ। ਔਰ ਪੰਜਾਬ ਦੇ ਪਾਣੀ ਦਾ ਸੰਬੰਧ ਵੀ ਸਿੱਧਾ ਕਿਸਾਨੀ ਦੇ ਨਾਲ ਹੈ। ਪੰਜਾਬ ਦੇ ਕਿਸਾਨੀ ਨੂੰ
ਪੰਜਾਬ ਦੇ ਮਾਹਰਾਂ ਦੇ ਨਾਲ ਮਿਲ ਕੇ ਜ਼ਰੂਰ ਇਸ ਪ੍ਰਥਾਏ ਵੀ ਸੋਚਣਾ ਚਾਹੀਦਾ ਹੈ। ਇਹ ਵੀ ਸਾਡੇ ਸਾਹਮਣੇ, ਕਿਉਂਕਿ ਜਿਹੜੀਆਂ ਫਸਲਾਂ ਪਾਣੀ ਜ਼ਿਆਦਾ ਮੰਗਦੀਆਂ ਨੇ, ਪੰਜਾਬ ਦੇ ਹਿੱਕ ਵਿੱਚ ਹੁਣ ਇੰਨਾ ਪਾਣੀ ਥੱਲੇ ਤੱਕ ਜਿੰਨਾ ਅਸੀਂ ਡੂੰਘਾ ਜਾ ਚੁੱਕੇ ਹਾਂ, ਉਸ ਤੋਂ ਬਾਅਦ ਮਾਹਰਾਂ ਦੇ ਅਨੁਸਾਰ ਅੱਗੇ 10-20 ਫੁੱਟ ਰਹਿ ਗਿਆ ਹੈ। ਤਾਂ ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਕੋਲ ਇਸ ਦਾ ਵੀ ਕੋਈ ਇੰਨਾ, ਕਿਉਂਕਿ ਇਹ ਹੁਣ ਇਹ ਤਵੱਕੋ ਕਿਉਂ ਅਸੀਂ ਕਰ ਰਹੇ ਹਾਂ, ਕਿਉਂਕਿ ਜੇ ਇੰਨੀ ਸੰਜੀਦਗੀ ਦੇ ਨਾਲ, ਇੰਨੀ ਜ਼ਿੰਮੇਵਾਰਾਨਾ ਤੌਰ ਦੇ ਨਾਲ ਜੇ ਇਹ ਸਾਰੇ ਨੂੰ ਚਲਾਇਆ ਜਾ ਰਿਹਾ ਹੈ, ਤਾਂ ਇਹ ਜ਼ਿੰਮੇਵਾਰਾਨਾ ਸੋਚ ਵੀ ਭਵਿੱਖਮਈ ਆਪਣਾ ਅੱਗਾ ਸਵਾਰਨ ਵਾਸਤੇ ਕਿ ਇਹਨਾਂ ਅਸੀਂ ਕਿਵੇਂ ਇੰਟੈਗ੍ਰੇਟਿਡ ਫਾਰਮਿੰਗ ਨੂੰ ਕਰ ਸਕਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਇਹ ਜਿਹੜੀ ਤੁਸੀਂ ਗੱਲ ਵੱਲ ਸਾਡਾ ਧਿਆਨ ਦਵਾ ਰਹੇ ਹੋ, ਇਹ ਬੜੀ ਮੈਂ ਸਮਝਦਾ ਐਸੇ ਸੰਘਰਸ਼ ਤੋਂ ਬਾਅਦ ਇਹ ਚੀਜ਼ਾਂ ਵੀ ਇਹਨਾਂ ਦੇ ਬਾਰੇ ਵੀ ਅਸੀਂ ਸੰਜੀਦਗੀ ਦੇ ਨਾਲ ਸੋਚਣਾ ਸ਼ੁਰੂ ਕਰਾਂਗੇ, ਕਿਉਂਕਿ ਆਮ ਤੌਰ ਤੇ ਕਿਸਾਨਾਂ ਨੂੰ ਪੇਸ਼ ਹੀ ਇੱਦਾਂ ਕੀਤਾ ਗਿਆ ਕਿ ਬੰਦੂਕਾਂ ਦੀ, ਗੋਲੀਆਂ ਦੀ, ਡਾਂਗਾਂ ਦੀ, ਸੋਟਿਆਂ ਦੀ, ਇਹਨਾਂ ਨੂੰ ਇਹੀ ਭਾਸ਼ਾ ਹੁੰਦੀ ਹੈ। ਪਰ ਅੱਜ ਦੀ ਜਵਾਨੀ ਨੇ, ਅੱਜ ਦੇ ਨੌਜਵਾਨ ਕਿਸਾਨਾਂ ਨੇ ਜਿਹੜਾ ਆਪਣਾ ਇੱਕ ਵੱਖਰਾ ਜਿਹਾ ਰੂਪ ਪੇਸ਼ ਕੀਤਾ ਕਿ ਬੜੇ ਹੀ ਸਮਝਦਾਰ ਨੇ, ਸੰਜੀਦਗੀ ਵਾਲੇ ਨੇ, ਇਹ ਇੰਗਲਿਸ਼ ਵੀ ਬੋਲ ਸਕਦੇ ਨੇ, ਹਿੰਦੀ ਵੀ ਬੋਲ ਸਕਦੇ ਨੇ, ਇਹ ਸਾਰੀਆਂ ਭਾਸ਼ਾਵਾਂ ਤੇ ਵਿੱਚ ਆਪਣੀ ਗੱਲ ਕਹਿ ਸਕਦੇ ਨੇ। ਸੋ ਇਹ ਸਾਰਾ ਕੁਝ ਜਿਹੜਾ ਇਸ ਦੇ ਵਿੱਚੋਂ ਹੁਣ ਇਹ ਜਿਹੜੇ ਮਸਲੇ ਨੇ, ਜਿਹੜੇ ਸਾਡੇ ਇੱਕ ਬੇਸਿਕ ਸਾਡੀ ਇਹ ਵੀ ਹੋਣ ਦੇ ਮਸਲੇ ਨੇ, ਇਹਨਾਂ ਬਾਰੇ ਵੀ ਮੈਨੂੰ ਲੱਗਦਾ ਕਿ ਹੁਣ ਆਪਾਂ ਬੜੀ ਸੰਜੀਦਗੀ ਦੇ ਨਾਲ ਸੋਚਾਂਗੇ ਤੇ ਉਹਦੇ ਉੱਤੇ ਐਕਸ਼ਨ ਪਲਾਨ ਜਿਹੜੀ ਹੋਏਗੀ ਉਹਦੇ ਤੇ ਕੰਮ ਵੀ ਕਰਾਂਗੇ, ਕਿਉਂਕਿ ਹੁਣ ਸਾਨੂੰ ਰਲ ਕੇ ਕੰਮ ਕਰਨ ਦਾ ਜਿਹੜਾ ਨਾ ਇੱਕ ਬੜਾ ਚਾਅ ਜਿਹਾ ਪੈਦਾ ਹੋ ਗਿਆ, ਜਿਹੜੀ ਗੱਲ ਦੀ ਪਹਿਲਾਂ ਕਮੀ ਸੀ। ਮੈਂ ਇੱਕ ਹੋਰ ਛੋਟੀ ਜਿਹੀ ਗੱਲ ਇਹਦੇ ਵਿੱਚ ਐਡ ਕਰਦਾ ਜਾਵਾਂ ਡਾਕਟਰ ਸਾਹਿਬ, ਅਸੀਂ ਪਿਛਲੇ ਸਮੇਂ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਜਿੱਥੇ ਟੋਲ ਪਲਾਜ਼ੇ ਤੇ ਐਜੀਟੇਸ਼ਨ ਚੱਲਦੀ ਪਈ ਸੀ, ਉੱਥੇ ਅੰਮ੍ਰਿਤਧਾਰੀ ਗੁਰਸਿੱਖ ਵੀ ਸੀਗੇ ਤੇ ਉੱਥੇ ਕਾਮਰੇਡ ਵਿਚਾਰਧਾਰਾ ਵਾਲੇ ਨੌਜਵਾਨ ਵੀ ਸੀਗੇ। ਪਰ ਉਹ ਸਾਡੇ ਬਜ਼ੁਰਗ ਜਿਹੜੇ ਅੰਮ੍ਰਿਤਧਾਰੀ ਸੀ, ਉਹ ਕਹਿੰਦੇ ਸੀ ਸਾਨੂੰ ਹੁਣ ਇਹ ਵੀ ਬੜੇ ਚੰਗੇ ਲੱਗਦੇ ਨੇ। ਪਹਿਲਾਂ ਸਾਨੂੰ ਲੱਗਦਾ ਸੀ ਕਿ ਉੱਪਰੇ ਨੇ, ਇਹਨਾਂ ਦੀ ਕੋਈ ਹੋਰ ਸੋਚ ਹੈ, ਪਰ ਕਹਿੰਦੇ ਹੁਣ ਸਾਨੂੰ ਲੱਗਦਾ ਕਿ ਇਹ ਥੋੜਾ ਲੇਟ ਹੋ ਜਾਣ ਤੇ ਅਸੀਂ ਉਡੀਕਦੇ ਹਾਂ ਵੀ ਫਲਾਣਾ ਆਇਆ ਨਹੀਂ ਅਜੇ ਤੱਕ। ਸੋ ਇਹਨੇ ਪਿਆਰ ਵਧਾਇਆ ਸਾਡੇ ਅੰਦਰ ਦੀਆਂ ਦੂਰੀਆਂ ਜਿਹੜੀਆਂ ਕਿ ਸ਼ਾਇਦ ਕੁਝ ਕਿਸੇ ਕਾਰਨ ਵੀ ਬਣੀਆਂ ਸਨ, ਕੁਝ ਤਾਂ ਜ਼ਿਆਦਾ ਤਾਂ ਰਾਜਨੀਤਿਕ ਲੋਕਾਂ ਨੇ ਸਾਨੂੰ ਵੰਡਿਆ ਹੋਇਆ ਸੀ, ਪਾੜਿਆ ਹੋਇਆ ਸੀ ਤਾਂ ਕਿ ਉਹਨਾਂ ਦੀਆਂ ਵੋਟਾਂ ਚੱਲਦੀਆਂ ਰਹਿਣ, ਉਹਨਾਂ ਦੀਆਂ ਕੁਰਸੀਆਂ ਕਾਇਮ ਰਹਿਣ। ਪਰ ਇਹਨੇ ਸਾਨੂੰ ਲੋਕਾਂ ਨੂੰ ਇੱਕ ਦੂਜੇ ਦੇ ਨੇੜੇ ਲੈ ਆਂਦਾ ਤੇ ਉੱਥੋਂ ਫਿਰ ਇਹ ਐਸੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਨਾ ਮੈਂ ਸਮਝਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੋਏਗੀ। ਜਿੱਥੇ ਮਾਂ ਪੰਜਾਬ ਦੀ ਗੱਲ ਅੱਜ ਜਿਹੜੀ ਇੱਥੇ ਸਾਡੇ ਸਾਹਮਣੇ ਆ ਰਹੀ ਹੈ, ਉੱਥੇ ਹੋਰ ਮਸਲੇ ਜਿਹੜੇ ਨੇ ਆਪਾਂ ਬੜੀ ਸੰਜੀਦਗੀ ਦੇ ਨਾਲ ਹੱਲ ਕਰਾਂਗੇ। ਪਰ ਅਜੇ ਇਹ ਸੰਘਰਸ਼ ਜਾਰੀ ਹੈ ਤੇ ਇਹਦੇ ਵਾਸਤੇ ਬਹੁਤ ਕੁਝ ਬੜੇ ਸੰਜਮ ਦੇ ਨਾਲ ਅਜੇ ਕਰਨਾ ਬਾਕੀ ਹੈ। ਜੀ ਡਾਕਟਰ ਸਾਹਿਬ, ਤੁਸੀਂ ਕਹਿਣਾ ਚਾਹੋ? ਜੀ ਬਿਲਕੁਲ ਠੀਕ ਹੈ ਜੀ। ਬਹੁਤ ਇਹ ਗੁਰੂ ਸਾਹਿਬ ਦੀ ਬਖਸ਼ਿਸ਼, ਗੁਰਬਾਣੀ ਦਾ ਇਹਨਾਂ ਨੇ ਜੋ ਪੁੰਚਿਆ ਹੈ, ਔਰ ਉਹਦੇ ਵਿੱਚੋਂ ਜਿਹੜੀਆਂ ਬਾਤਾਂ ਅਸੀਂ ਪੁਰਾਤਨ ਸਮੇਂ ਦੀਆਂ ਸੁਣਦੇ ਸੀ, ਉਹ ਪੁਰਾਤਨਤਾ ਦਾ ਜੋ ਅਸੀਂ ਸਾਹਮਣੇ ਹੁੰਦਾ ਹੋਇਆ ਜੋ ਇਸ ਪਨੀਰੀ ਨੇ, ਅੱਜ ਦੀ ਪਨੀਰੀ ਨੇ ਦੇਖ ਲਿਆ ਹੈ, ਤਾਂ ਇਸ ਦੇ ਨਾਲ ਉਹ ਸਾਰਾ ਕੁਝ ਉਹਨਾਂ ਦੇ ਮਨ 'ਚ ਇੱਕ ਸੰਭਵ ਹੋ ਜਾਣ ਵਾਲਾ, ਹੋਇਆ ਹੋਣ ਵਾਲਾ ਉਹਨਾਂ ਨੂੰ ਇਸ ਤਰ੍ਹਾਂ ਪ੍ਰਤੀਕ ਹੋਏਗਾ। ਔਰ ਇੱਕ ਬਹੁਤ ਜਿਹੜੀ ਭਾਰੀ ਇਹਦੇ 'ਚੋਂ ਹੁਣ ਤੱਕ ਦੀ ਉਪਲਬਧੀ ਇਹ ਹੈ ਕਿ ਇਹ ਸੰਘਰਸ਼ ਚੱਲ ਰਿਹਾ ਹੈ, ਪਰ ਜੋ ਪ੍ਰਾਪਤ ਹੋ ਚੁੱਕਿਆ ਹੈ ਉਹ ਇਹ ਸਭ ਤੋਂ ਵੱਡਾ ਇਹ ਹੈ ਕਿ ਇੱਕ ਪੰਜਾਬ ਦੇ ਕਿਸਾਨ ਦਾ, ਪੰਜਾਬ ਦੇ ਨੌਜਵਾਨ ਦਾ ਔਰ ਇੱਕ ਪੰਜਾਬੀ ਬਸ਼ਿੰਦੇ ਦਾ ਜੋ ਇੱਕ ਅਕਸ ਹੈ, ਇੱਕ ਇਮੇਜ ਹੈ, ਉਸ ਵਿੱਚ ਭਾਰੀ ਉਸ ਦਾ ਵਾਧਾ ਹੋਇਆ ਜੀ। ਉਹਦੇ ਬਾਰੇ ਇੱਜ਼ਤ, ਉਸਦੇ ਬਾਰੇ ਮਾਣ ਤੇ ਉਹਦੇ ਤੋਂ ਐਕਸਪੈਕਟੇਸ਼ਨ, ਤਵੱਕੋ ਹੋਰ ਵਧੇਰੇ ਵੱਧ ਗਈ ਹੈ। ਔਰ ਇਹ ਹਰ ਪੰਜਾਬੀ ਕਿਸਾਨ, ਬਾਕੀ ਹਰ ਸੂਬੇ ਦਾ ਵੱਡਾ ਭਰਾ ਦਾ, ਉਹ ਆਪਣੇ ਕੋਲੋਂ ਨਹੀਂ, ਉਹਨਾਂ ਵੱਲੋਂ, ਸਾਰੇ ਸੂਬਿਆਂ ਵੱਲੋਂ ਇਹ ਪੰਜਾਬ ਨੂੰ, ਪੰਜਾਬ ਦੇ ਕਿਸਾਨ ਨੂੰ ਇੱਕ ਵੱਡੇ ਭਰਾ ਦਾ
ਇਹ ਰੁਤਬਾ ਤੇ ਇਹ ਮਾਣ ਇਹ ਉਹਨਾਂ ਨੇ ਬਖਸ਼ ਦਿੱਤਾ ਹੈ, ਉਹਨਾਂ ਨੇ ਇਹ ਖਿਤਾਬ ਦੇ ਦਿੱਤਾ ਹੈ, ਇਹ ਮੰਨ ਲਿਆ ਹੈ, ਇਹ ਇਸ ਤੇ ਇਹਨਾਂ ਨੇ ਉਸ ਤਰ੍ਹਾਂ ਜਿਉ ਕੇ ਇਹ ਉਹਨਾਂ ਨੇ ਇਹ ਕਰਕੇ ਦਿਖਾਇਆ ਹੈ ਕਿ ਇੱਕ ਜਿਹੜਾ ਲੀਡ ਲੈ ਕੇ ਆਪਣੇ ਆਪ ਨੂੰ ਚੌਂਕ ਕੇ ਕਿਸ ਤਰ੍ਹਾਂ ਵੇਲੇ ਨੂੰ ਸੰਭਾਲਣਾ ਹੋਏ ਤਾਂ ਕਿਸ ਤਰ੍ਹਾਂ ਫਿਰ ਉਹ ਕੁਝ ਪਰਵਾਹ ਕੀਤੇ ਬਿਨਾ ਤੇ ਓਟ ਆਸਰਾ ਜਿਹੜਾ ਇੱਕ ਹਰ ਪੰਜਾਬੀ ਦੇ ਜ਼ਿਹਨ 'ਚ ਹੈ, ਉਹ ਇਹਨਾਂ ਤੋਂ ਬਾਕੀਆਂ ਨਾਲੋਂ ਥੋੜਾ ਜਿਹਾ ਵੱਧ ਅੱਗੇ ਹੋ ਕੇ ਇਹ ਪਛਾਣਾਂ ਨੂੰ ਸਹਾਰਨ ਦਾ ਤੇ ਸੀਸ ਤਲੀ ਤੇ ਧਰਾਉਣ ਦਾ ਤੇ ਬੰਦ ਕਟਾਉਣ ਦਾ ਤੇ ਇਹ ਜਜ਼ਬਾ ਇੱਥੇ ਅਸੀਂ ਉਮੀਦ ਕਰ ਸਕਦੇ ਹਾਂ, ਅਸੀਂ ਅਰਦਾਸ ਵੀ ਕਰ ਸਕਦੇ ਹਾਂ ਕਿ ਜਿਹੜੀਆਂ ਪਿਆਰੀਆਂ ਗੱਲਾਂ ਉੱਥੇ ਅੰਦਰ ਸਾਡੇ ਨੌਜਵਾਨ ਕਰ ਰਹੇ ਨੇ, ਜੇ ਉਹਨਾਂ ਦੀ ਦਿੱਖ ਪੰਜਾਬ ਦੇ ਨਾਲ, ਉਹਨਾਂ ਦੀ ਲੈਗੇਸੀ ਦੇ ਨਾਲ, ਉਹਨਾਂ ਦੇ ਵਿਰਸੇ ਦੇ ਨਾਲ ਹੋਰ ਰਲਵੀ ਹੋਏ ਤਾਂ ਇਸ ਦਾ ਅਸਰ ਔਰ ਇਸ ਦੀ ਮੋਹਰ ਇਸ ਦੀ ਹੋਰ ਚਵੰਨੀ ਹੋ ਕੇ ਚੌਗਣੀ ਹੋ ਕੇ ਸਾਰੇ ਸ੍ਰਿਸ਼ਟੀ ਵਿੱਚ, ਸਾਰੇ ਬ੍ਰਹਮੰਡ ਵਿੱਚ ਹੋਰ ਚਵਗਣ ਹੋ ਕੇ ਸਥਾਪਿਤ। ਬਿਲਕੁਲ, ਹੋਰ ਵੱਧ ਚੜ ਕੇ ਗੱਲ ਸਾਹਮਣੇ ਆਏਗੀ ਜੇਕਰ ਸਾਡੀ ਦਿੱਖ ਵੀ ਸਾਡੇ ਉਸ ਸੱਚੇ ਪਾਤਸ਼ਾਹ ਵਾਲੀ ਬਣ ਜਾਏ। ਸੋ ਅੰਦਰੋਂ ਉਹ ਮੈਂ ਫਿਰ ਗੱਲ ਦੁਹਰਾ ਜਾਵਾਂ ਅਖੀਰ ਦੇ ਵਿੱਚ ਕਿ ਉਹ ਜਿਹੜਾ ਗੁਰੂ ਦੀ ਮਿਹਰ ਵਾਲਾ ਬੀਜ ਜਿਹੜਾ ਕਿਣਕਾ ਅੰਦਰ ਮੌਜੂਦ ਸੀ, ਉਹਨੂੰ ਵੱਤਰ ਮਿਲ ਗਿਆ। ਇਹ ਸੁਖਿਆਈ ਨੇ ਸਾਨੂੰ ਵੱਤਰ ਦੇ ਦਿੱਤਾ। ਸਾਡੇ ਅੰਦਰ ਦੇ ਉਹ ਜਿਹੜੇ ਜੀਨ ਸੀਗੇ ਨਾ, ਸਾਡੇ ਬਜ਼ੁਰਗਾਂ ਦੀਆਂ ਜਿਹੜੀਆਂ ਘਾਲਣਾ ਸੀ ਅੰਦਰੋਂ ਹੀ ਜਾਗ ਪਈਆਂ ਤੇ ਸਾਨੂੰ ਹੁਣ ਇਤਿਹਾਸ ਦੇ ਵਾਸਤੇ ਕੋਈ ਬਹੁਤੀਆਂ ਦਲੀਲਾਂ ਦੇਣ ਦੀ ਲੋੜ ਨਹੀਂ ਰਹਿ ਗਈ। ਜੇ ਘੋੜਿਆਂ ਦੀਆਂ ਕਾਠੀਆਂ ਦੀ ਗੱਲ ਸੀ ਤੇ ਅੱਜ ਟਰੈਕਟਰ ਦੀਆਂ ਕਾਠੀਆਂ ਤੇ ਟਰਾਲੀਆਂ ਦੇ ਥੱਲੇ ਖੁੱਲੇ ਅਸਮਾਨ ਦੇ ਹੇਠਾਂ ਅੱਜ ਵੀ ਸਾਡੇ ਬਜ਼ੁਰਗ ਇੰਨੀ ਠੰਡ ਦੇ ਵਿੱਚ ਸੌਂਦੇ ਨੇ। ਸਾਡੀਆਂ ਮਾਵਾਂ ਭੈਣਾਂ ਬੱਚੀਆਂ ਉਸ ਮਾਹੌਲ ਦੇ ਵਿੱਚ ਜੀ ਕੇ ਸਾਨੂੰ ਕਾਨੂੰਨ ਦਾ ਸ਼ੰਭ ਚੇਤੇ ਆ ਜਾਂਦਾ ਹੈ। ਅੱਜ ਦਾ ਇਹ ਸਮਾਂ ਦੇਖ ਕੇ ਉਦੋਂ ਵੀ ਖਾਲਸਾ ਚੁੱਕਿਆ ਨਹੀਂ ਸੀ ਤੇ ਅੱਜ ਵੀ ਪੰਜਾਬ ਜਿਹੜਾ ਇਹ ਨਹੀਂ ਚੁੱਕੇਗਾ, ਕਿਉਂਕਿ ਇਹਦੇ ਅੰਦਰ ਉਹ ਜਿਹੜੀ ਲੈਗੇਸੀ ਹੈ, ਸਾਡੇ ਅੰਦਰ ਉਹ ਸਾਰਾ ਕੁਝ ਮੌਜੂਦ ਹੈ। ਕੋਈ ਜ਼ੁਲਮ ਕੋਈ ਸਿਤਮ ਸਾਨੂੰ ਮਿਟਾ ਸਕਦਾ ਨਹੀਂ, ਸਾਨੂੰ ਝੁਕਾ ਸਕਦਾ ਨਹੀਂ। ਅਜੇ ਤਾਂ ਸਾਡੀਆਂ ਰਗਾਂ ਦੇ ਵਿੱਚ ਕਲਗੀਧਰ ਦਾ ਖੂਨ ਹੈ। ਸੋ ਖੂਨ ਦਾ ਜਿਹੜਾ ਜਜ਼ਬਾ ਸੀਗਾ ਨਾ, ਉਹ ਮੈਂ ਸਮਝਦਾ ਹਰ ਕਿਸੇ ਦੇ ਵਿੱਚ ਜਾਗਰਤ ਹੋ ਗਿਆ। ਸੋ ਖੂਨ ਜਿਹੜਾ ਹੁਣ ਫਿਰ ਤੋਂ ਇੱਕ ਨਵਾਂ ਉਬਾਲਾ ਲੈ ਰਿਹਾ। ਸਾਨੂੰ ਅਹਿਸਾਸ ਜਗਾ ਦਿੱਤਾ ਇਸ ਸਮੇਂ ਨੇ, ਇਸ ਸੰਘਰਸ਼ ਨੇ ਸਾਨੂੰ ਚੇਤਾ ਕਰਵਾ ਦਿੱਤਾ ਤੇ ਹੁਣ ਤਾਂ ਮਹੀਨਾ ਵੀ ਪੋਹ ਦਾ ਚੜ੍ਹਨ ਵਾਲਾ ਹੈ ਤੇ ਪੋਹ ਤਾਂ ਫਿਰ ਕੁਰਬਾਨੀਆਂ ਦਾ ਮਹੀਨਾ। ਸੋ ਮੈਂ ਸਮਝਦਾ ਕਿ ਸਿਆਣਪ ਹੋਏਗੀ ਸਰਕਾਰਾਂ ਦੀ ਜੇਕਰ ਉਹ ਸਮੇਂ ਸਿਰ ਫੈਸਲਾ ਲੈ ਲੈਣ, ਨਹੀਂ ਤੇ ਐਸੇ ਸੰਘਰਸ਼ ਫਿਰ ਇਕੱਠ ਵਧਣਗੇ, ਹੋਰ ਬਹੁਤ ਕੁਝ ਹੋਏਗਾ। ਤੇ ਜਿਹੜੀਆਂ ਪਲੈਨਿੰਗਸ ਅਗਲੇ ਦਿਨਾਂ ਦੀਆਂ ਆ ਗਈਆਂ ਨੇ, 14 ਤਰੀਕ ਦਾ ਜਿਹੜਾ ਹਰ ਜ਼ਿਲ੍ਹਾ ਵਾਰ ਸੰਘਰਸ਼ ਧਰਨੇ ਕਰਨ ਦਾ ਪ੍ਰੋਗਰਾਮ ਹੈ, ਜਾਂ ਹੋਰ ਆਉਂਦੇ ਸਮੇਂ ਦੇ ਵਿੱਚ ਮਾਲ ਜਿਹੜੇ ਨੇ ਇੱਕ ਖਾਸ ਕੰਪਨੀ ਦੇ ਉਹਨਾਂ ਦੇ ਖਿਲਾਫ, ਉਹਨਾਂ ਦੇ ਮੋਬਾਈਲਾਂ ਦੇ ਖਿਲਾਫ ਇਹ ਲੰਬਾ ਸੰਘਰਸ਼ ਵਿੱਢਿਆ ਜਾਏਗਾ ਤੇ ਇੱਕ ਪਾਰਟੀ ਦੇ ਖਿਲਾਫ ਉਹਨਾਂ ਦੇ ਲੀਡਰਾਂ ਦੇ ਘਿਰਾਓ ਕੀਤੇ ਜਾਣਗੇ। ਸਾਰਾ ਕੁਝ ਜਿਹੜਾ ਆਉਂਦੇ ਸਮੇਂ ਦੀਆਂ ਪਲੈਨਿੰਗਸ ਜਿਹੜੀਆਂ ਹੋ ਰਹੀਆਂ ਨੇ, ਪਰ ਮੈਂ ਸਮਝਦਾ ਕਿ ਸਰਕਾਰਾਂ ਸਿਆਣਪ ਵਰਤਣ ਤੇ ਇਸ ਮਸਲੇ ਨੂੰ ਬੜੀ ਜਲਦੀ ਦੇ ਨਾਲ ਹੱਲ ਕਰਕੇ ਤਾਂ ਕਿ ਸਾਰੇ ਸੁਖੀ ਖੁਸ਼ੀ ਨਾਲ ਆਪਣੇ ਘਰਾਂ ਦੇ ਵਿੱਚ ਵਸਣ ਤੇ ਪੰਜਾਬ ਖੁਸ਼ਹਾਲ ਹੋਏਗਾ ਤੇ ਮੁਲਕ ਖੁਸ਼ਹਾਲ ਹੋਏਗਾ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੀਆਂ ਸਾਰੀਆਂ ਵਿਚਾਰਾਂ ਬੜੀ ਸੰਜੀਦਗੀ ਦੇ ਨਾਲ, ਬੜੇ ਆਪਣੇ ਤਜਰਬੇ ਦੇ ਨਾਲ ਸਾਡੇ ਨਾਲ ਸਾਂਝੀਆਂ ਕੀਤੀਆਂ। ਸੋ ਆਗਿਆ ਲੈਂਦੇ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।